ਪੰਜਾਬ 'ਚ ਠੰਡ ਦਾ ਪਾਰਾ ਤਾਂ ਬੇਸ਼ੱਕ ਥੋੜਾ ਘੱਟ ਹੋ ਗਿਆ, ਪਰ ਸਿਆਸਤ ਦਾ ਪਾਰਾ ਲਗਾਤਾਰ ਤੇਜ਼ ਹੋ ਰਿਹਾ ਹੈ। ਸਾਰੀਆਂ ਪਾਰਟੀਆਂ ਆਪਣਾ ਲਗਾਤਾਰ ਚੋਣ ਪ੍ਰਚਾਰ ਕਰ ਰਹੀਆਂ ਨੇ ਤੇ ਹਰ ਇੱਕ ਲੀਡਰ ਜਿੱਤ ਦੇ ਦਾਅਵੇ ਠੋਕ ਰਿਹਾ। ਸ਼੍ਰੋਮਣੀ ਅਕਾਲੀ ਦਲ ਇਸ ਵਾਰ ਹੈਟ੍ਰਿਕ ਲਗਾਉਣ ਦਾ ਦਾਅਵਾ ਕਰ ਰਿਹਾ। ਉਧਰ ਕੈਪਟਨ ਸਾਹਿਬ ਵੀ ਸੀਐਮ ਬਣਨ ਦਾ ਸੁਪਨਾ ਸੰਜੋਈ ਬੈਠੇ ਨੇ ਤੇ ਨਵੀਂ ਉਭਰੀ ਆਮ ਆਦਮੀ ਪਾਰਟੀ ਇਹਨਾਂ ਦੋਹਾਂ ਪਾਰਟੀਆਂ ਦੇ ਸੁਪਨਿਆਂ ਤੇ ਝਾੜੂ ਫਿਰਨ ਦਾ ਦਾਅਵਾ ਕਰ ਰਹੀ ਹੈ। ਸਾਡੇ ਨਾਲ ਕੇਂਦਰੀ ਮੰਤਰੀ ਮੈਡਮ ਹਰਸਿਮਰਤ ਕੌਰ ਬਾਦਲ ਮੌਜੂਦ ਨੇ। ਉਹਨਾਂ ਤੋਂ ਜਾਣਦੇ ਹਾਂ ਕਿ ਪੰਜਾਬ ਦੀ ਜਨਤਾ ਦੀ ਰਮਜ਼ ਕੀ ਹੈ। ਮੈਮ, ਤੁਸੀਂ ਲਗਾਤਾਰ ਪ੍ਰਚਾਰ ਕਰ ਰਹੇ ਹੋ, ਲੋਕਾਂ 'ਚ ਮੁੱਦੇ ਕੀ ਨਜ਼ਰ ਆਉਂਦੇ ਨੇ? ਲੋਕੀ ਵਿਕਾਸ ਚਾਹੁੰਦੇ ਨੇ, ਅਮਨ ਸ਼ਾਂਤੀ ਚਾਹੁੰਦੇ ਨੇ, ਤਰੱਕੀ ਚਾਹੁੰਦੇ ਨੇ। ਜਿਹੜੀ ਉਹਨਾਂ ਦੀ ਸਮੱਸਿਆਵਾਂ ਹੈਗੀਆਂ ਉਹਨਾਂ ਸਮੱਸਿਆਵਾਂ ਦਾ ਹੱਲ ਕੀਤਾ ਜਾਏ। ਜਿਹੋ ਜਿਹੇ ਵਿਕਾਸ ਦੇ ਕੰਮ ਹੈ, ਜਿਹੜਾ ਇਲਾਕਾ ਰਹਿ ਗਿਆ ਹੈ ਉਹ ਪੂਰਾ ਹੋਏ। ਜਿਹੜੀ ਸਹੂਲਤਾਂ ਉਹਨਾਂ ਨੂੰ ਮਿਲ ਰਹੀਆਂ ਨੇ ਉਹ ਸਹੂਲਤਾਂ ਮਿਲਦੀਆਂ ਜਾਣ। ਉਹਨਾਂ ਦੇ ਬੱਚਿਆਂ ਦੀ ਨੌਕਰੀਆਂ ਲੱਗਣ, ਕਿਸਾਨ ਦੀ ਆਮਦਨ ਵਿੱਚ ਉਹਨਾਂ ਦਾ ਆਮਦਨ ਵਧੇ, ਜਿਹਦੇ ਨਾਲ ਉਹਨਾਂ ਦਾ ਬੋਝ ਘਟੇ। ਸੋ ਮੇਨਲੀ ਸਭ ਤੋਂ ਵੱਡੇ ਮੁੱਦੇ ਆਹੀ ਸਾਹਮਣੇ ਉੱਭਰ ਕੇ ਆਉਂਦੇ ਨੇ। ਪਿਛਲੀ ਵਾਰ ਦੇ ਨਾਲੋਂ ਇਸ ਵਾਰ ਦੀਆਂ ਚੋਣਾਂ 'ਚ ਕੀ ਫਰਕ ਮਹਿਸੂਸ ਕਰਦੇ ਹੋ? ਹਰ ਚੋਣ ਆਪਣੇ ਤਰੀਕੇ ਨਾਲ ਅਹਿਮ ਹੁੰਦੀ ਹੈ। ਅਸੀਂ ਜਿਹੜੀ ਵੀ ਚੋਣ ਵਾਸਤੇ ਜਾਂਦੇ ਆ, ਜਿੱਥੇ ਤਾਈਂ ਅਕਾਲੀ ਦਲ ਦੀ ਗੱਲ ਹੈ, 10 ਸਾਲ ਪਹਿਲੇ ਵੀ ਅਸੀਂ ਇੱਕੋ ਵਿਕਾਸ ਦੇ ਮੁੱਦੇ 'ਚ ਲੋਕਾਂ ਦੇ ਕੋਲ ਗਏ ਸੀ। 5 ਸਾਲ ਪਹਿਲੇ ਵੀ ਉਸ ਵਿਕਾਸ ਦੇ ਮੁੱਦੇ ਨਾਲ ਹੀ ਗਏ ਸੀ ਤੇ ਹੁਣ ਵੀ ਆਪਣੇ ਕੀਤੇ ਹੋਏ ਕੰਮਾਂ ਤੇ ਗਾਂਹ ਕਰਨ ਵਾਲੇ ਵਿਕਾਸ ਦੇ ਮੁੱਦੇ 'ਚ ਹੀ ਜਾ ਰਿਹਾ। ਸਾਡੀ ਗੋਲ ਪੋਸਟ ਕਦੇ ਬਦਲਦੀ ਨਹੀਂ ਹੈ। ਅਸੀਂ ਬਿਲਕੁਲ ਕਲੀਅਰ ਹਾਂ ਕਿ ਅਸੀਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ। 10 ਸਾਲ ਪਹਿਲੇ ਪੰਜਾਬ 'ਚ ਬਹੁਤ ਸਾਰੀ ਘਾਟ ਕਮੀਆਂ ਸੀ, ਜਿਵੇਂ ਬਿਜਲੀ ਬਿਲਕੁਲ ਡਿਫੀਸ਼ੀਐਂਟ ਕਿ ਨਾ ਦੇ ਬਰਾਬਰ, ਨਾ ਖੇਤਾਂ 'ਚ ਨਾ ਸ਼ਹਿਰਾਂ 'ਚ ਕਿੰਨੇ ਲੰਬੇ ਕੱਟ ਲੱਗਦੇ ਸੀ। ਉਹਨੂੰ ਸਰਪਲਸ ਕਰਕੇ ਸਭ ਤੋਂ ਪਹਿਲੇ ਜਿਹੜਾ ਬੁਨਿਆਦੀ ਢਾਂਚਾ ਮਜ਼ਬੂਤ ਕਰਨ, ਬਿਜਲੀ ਪੂਰੀ ਹੋਏ, ਸੜਕਾਂ ਹੋਣ, ਹਵਾਈ ਅੱਡੇ ਹੋਣ, ਕਿਉਂਕਿ ਇਹਨਾਂ ਚੀਜ਼ਾਂ ਦੇ ਆਉਣ ਦੇ ਨਾਲ ਇਨਫਰਾਸਟ੍ਰਕਚਰ ਜਦ ਪੂਰਾ ਹੋਗਾ, ਪੀਣ ਦਾ ਪਾਣੀ ਪਹੁੰਚੇ, ਸਕੂਲ ਕਾਲਜ ਵਧੀਆ ਹੋਣ, ਇਸ ਇਨਫਰਾਸਟ੍ਰਕਚਰ ਦੇ ਆਉਣ ਦੇ ਨਾਲ ਹੀ ਆਪਾਂ ਇੱਕ ਸੋਚ ਸਕਦੇ ਹਾਂ ਕਿ ਕੋਈ ਇੰਡਸਟਰੀ ਆਊਗੀ ਜਿਹਦੇ ਨਾਲ ਫਿਰ ਨੌਕਰੀਆਂ ਲੱਗਣਗੀਆਂ ਤੇ ਫਿਰ ਗਾਂ ਅਗਲੀ ਚੀਜ਼ਾਂ ਪੂਰੀਆਂ ਹੋਣਗੀਆਂ। ਜੇ ਸੂਬੇ 'ਚ ਬਿਜਲੀ ਨਾ ਹੋਏ, ਸੜਕ ਨਾ ਹੋਏ, ਪੀਣ ਦਾ ਪਾਣੀ, ਉੱਥੇ ਨਾ ਕੋਈ ਇੰਡਸਟਰੀ ਆਊਗੀ ਤਾਂ ਨਾ ਹੀ ਕੋਈ ਨੌਕਰੀ ਲੱਗੂਗੀ। ਸੋ ਬੁਨਿਆਦੀ ਢਾਂਚੇ ਨੂੰ ਪਹਿਲੇ ਨੀਂਵ ਰੱਖੀ 5 ਸਾਲ। ਅਗਲੇ 5 ਸਾਲ ਲੋਕਾਂ ਨੇ ਸਾਨੂੰ ਇੱਕ ਵਾਰ ਫਿਰ ਮੌਕਾ ਦਿੱਤਾ ਤੇ ਉਸ ਨੀਂਹ ਨੂੰ ਮਜ਼ਬੂਤ ਕਰਕੇ ਅਸੀਂ ਉਹਦੇ ਵਿੱਚ ਇਮਾਰਤ ਖੜੀ ਕਰਨ ਦਾ ਕੰਮਕਾਜ ਕੀਤਾ ਹੈ। ਹੁਣ ਉਹ ਇਮਾਰਤ ਬੜੀ ਸੋਹਣੇ ਤਰੀਕੇ ਦੇ ਨਾਲ, ਜਿੱਥੇ ਪਹਿਲੀ ਵਾਰੀ ਮੌਕਾ ਮਿਲਿਆ ਕਿ ਕੇਂਦਰ ਦੀ ਸਰਕਾਰ ਵੀ ਆਪਣੇ ਕੋਲ ਹੈ। ਹੁਣ ਇੰਡਸਟਰੀ, ਜਿਵੇਂ ਪਰਾਲੀ ਤੋਂ ਤੇਲ ਕੱਢਣ ਵਾਲੀ ਇੰਡਸਟਰੀ ਬਠਿੰਡੇ ਵਿੱਚ ਆਪਾਂ ਲੈ ਕੇ ਆਏ ਹਾਂ। ਆਪਾਂ ਇਹੋ ਜਿਹੀ ਇੰਡਸਟਰੀ ਸਾਰੇ ਪੰਜਾਬ ਦੇ ਜ਼ਿਲ੍ਹਿਆਂ 'ਚ ਲਾਈਏ, ਜਿੱਥੇ ਕਿਸਾਨ ਜਿਹੜਾ ਉਹਨਾਂ ਵਾਸਤੇ ਬੇਕਾਰ ਹੁੰਦਾ ਹੈ ਉਹਨੂੰ 30-40 ਹਜ਼ਾਰ ਰੁਪਏ ਸਾਲ ਦਾ ਐਡੀਸ਼ਨਲ ਇਨਕਮ ਵੀ ਹੋ ਜਾਊਗੀ। ਇੱਥੇ ਨੌਜਵਾਨਾਂ ਨੂੰ ਨੌਕਰੀਆਂ ਵੀ ਮਿਲਣਗੀ। ਏਮਸ ਵਰਗੇ ਵੱਡੇ ਹਸਪਤਾਲ ਸਾਡੇ ਪੰਜਾਬ ਬਜਟ ਪੇਸ਼ ਹੋਣ ਜਾ ਰਿਹਾ ਹੈ, ਤੁਸੀਂ ਕੋਈ ਪ੍ਰਪੋਜ਼ਲ ਦਿੱਤੀ ਆਪਣੇ ਮਹਿਕਮੇ ਵੱਲੋਂ? ਅਕਸਰ ਕੀ ਹੁੰਦਾ ਹੈ ਕਿ ਬਜਟ ਦੇ 1-1.5 ਮਹੀਨਾ ਪਹਿਲੇ ਹੀ ਮੈਂ ਜੇਟਲੀ ਸਾਹਿਬ ਦੇ ਸਿਰੇ, ਪ੍ਰਧਾਨ ਮੰਤਰੀ ਦੇ ਮਗਰ ਮੈਂ ਪੈ ਜਾਂਦੀ ਸੀ ਕਿ ਆਹ ਚਾਹੀਦਾ ਹੈ ਪੰਜਾਬ ਨੂੰ, ਆਹ ਚਾਹੀਦਾ ਹੈ। ਲੇਕਿਨ ਹੁਣ ਚੋਣਾਂ ਕਰਕੇ ਤੇ ਬਜਟ ਵੀ ਪ੍ਰੀਪੋਨ ਹੋ ਗਿਆ। ਪਹਿਲੇ ਫੈਬਰਵਰੀ ਦੇ ਅਖੀਰ 'ਚ ਜਾਂਦਾ ਸੀ, ਹੁਣ ਫੈਬਰਰੀ ਦੇ ਫਰਸਟ ਡੇ 'ਚ ਆ ਗਿਆ ਹੈ ਤੇ ਇਹ ਚੋਣਾਂ ਕਰਕੇ ਮੈਨੂੰ ਜਾਣ ਦਾ ਮੌਕਾ ਹੀ ਨਹੀਂ ਮਿਲਿਆ। ਸੋ ਮੈਨੂੰ ਬਿਲਕੁਲ ਵੀ ਨਹੀਂ ਪਤਾ ਕਿ ਇਸ ਬਜਟ 'ਚ ਕੀ ਹੋਗਾ, ਗੱਲ ਕਰਨ ਦਾ ਵੀ ਸਮਾਂ ਨਹੀਂ ਮਿਲਿਆ। ਲੇਕਿਨ ਜਿੰਨਾ ਮੈਂ ਜੇਟਲੀ ਸਾਹਿਬ ਨੂੰ ਜਾਣਦੀ ਹਾਂ, ਪ੍ਰਧਾਨ ਮੰਤਰੀ ਜੀ ਨੂੰ ਜਾਣਦੀ ਹਾਂ, ਕਿ ਪਿਛਲੇ ਸਮੇਂ ਵਿੱਚ ਜਿਹੋ ਜਿਹਾ ਉਹਨਾਂ ਨੇ ਜੋ ਕੁਝ ਪੰਜਾਬ ਨੂੰ ਦਿੱਤਾ ਹੈ, IIM ਵਰਗਾ ਵੱਡਾ ਇੰਸਟੀਚਿਊਟ, ਏਮਸ ਵਰਗਾ ਵੱਡਾ ਹਸਪੀਟਲ, ਹਾਰਟੀਕਲਚਰ ਦਾ ਇੰਸਟੀਚਿਊਟ, 3 ਮੈਗਾ ਫੂਡ ਪਾਰਕਸ ਹੋਣ, 3 ਸਮਾਰਟ ਸਿਟੀਜ਼ ਹੋਣ, ਹੈਰੀਟੇਜ ਸਿਟੀ ਦਾ ਦਰਜਾ ਅੰਮ੍ਰਿਤਸਰ ਸਾਹਿਬ ਨੂੰ, 30-40 ਹਜ਼ਾਰ ਕਰੋੜ ਦੀ ਸੜਕਾਂ ਦਾ ਜਾਲ, 1500 ਕਰੋੜ ਦਾ ਖਾਲ, ਜਿਹੜੇ ਮੇਰੇ ਖਿਆਲ 150 ਸਾਲ ਤੋਂ ਲੋਕੀ ਮੰਗੀ ਜਾ ਰਹੇ ਸੀ ਖਾਲ ਪੱਕੇ ਕਰਨ ਵਾਸਤੇ, ਹਵਾਈ ਅੱਡੇ ਵੀ ਸਾਨੂੰ ਦਿੱਤੇ, ਸ਼ਤਾਬਦੀਆਂ ਵੀ ਸਾਨੂੰ ਪਹਿਲਾਂ ਕੋਈ ਗੱਲ ਹੋਈ ਹੋਵੇ ਤੁਹਾਡੀ ਜੇਟਲੀ ਸਾਹਿਬ ਦੇ ਨਾਲ? ਕੋਈ ਆਸ ਹੋਵੇ ਤੁਹਾਨੂੰ ਕਿ ਇਹ ਕੇਂਦਰ ਐਕਚੁਅਲੀ ਮੈਂ ਇੱਥੇ ਚੋਣ ਪ੍ਰਚਾਰ 'ਚ ਦਸੰਬਰ ਦੇ ਮਹੀਨੇ 'ਚ ਹੀ ਆ ਗਈ ਸੀ। ਸੋ ਇਹ ਬਜਟ ਦਾ ਜਿਹੜਾ ਸਾਰਾ ਕੁਝ ਹੁੰਦਾ ਹੈ ਉਹ ਜਾ ਕੇ ਹੁਣ ਬਜਟ ਤੇ ਹਫਤਾ 10 ਦਿਨ 2 ਹਫ਼ਤੇ ਪਹਿਲੇ ਹੋਣਾ। ਮੈਂ ਪੰਜਾਬ ਦੀ ਸਿਆਸਤ ਤੇ ਵਾਪਸ ਆਉਣਾ ਚਾਹੂੰਗਾ। ਮੈਨੂੰ ਜ਼ਰੂਰ ਪਤਾ ਹੈ ਕਿ ਜ਼ਰੂਰ ਇਹਦੇ ਵਿੱਚ ਗਰੀਬਾਂ ਵਾਸਤੇ ਹੋਊਗਾ, ਇਹਦੇ ਵਿੱਚ ਜ਼ਰੂਰ ਟ੍ਰੇਡਰਸ ਵਾਸਤੇ ਹੋਊਗਾ, ਵਪਾਰੀਆਂ ਵਾਸਤੇ ਹੋਗਾ ਤੇ ਇਨਫਰਾਸਟ੍ਰਕਚਰ ਨੂੰ ਬੂਸਟ ਕਰਨ ਵਾਸਤੇ ਬਹੁਤ ਵੱਡੀ ਗ੍ਰਾਂਟ ਦਿੱਤੀ ਜਾਊਗੀ। ਤੇ ਨਰੇਗਾ ਦਾ ਆਪਾਂ ਦੇਖਿਆ, ਹਮੇਸ਼ਾ ਨਰੇਗਾ ਦੇ ਫੰਡ ਕੇਂਦਰ ਦੀ ਸਰਕਾਰ, ਸਾਡੀ ਸਰਕਾਰ ਨੇ ਪਿਛਲੇ ਇਤਿਹਾਸ ਵਿੱਚ ਜਿੰਨਾ ਵੀ ਨਰੇਗਾ ਵਾਸਤੇ ਉਸ ਤੋਂ ਵੱਧ ਹੀ ਫੰਡ ਦਿੱਤੇ ਜਾਂਦੇ ਸੀ। ਆਹ ਚੀਜ਼ਾਂ ਮੈਨੂੰ ਪਤਾ ਹੈ ਕਿ ਗਰੀਬ, ਵਪਾਰੀ ਤੇ ਕਿਸਾਨ ਬਾਰੇ ਜ਼ਰੂਰ ਕੁਝ ਨਾ ਕੁਝ। ਪੰਜਾਬ ਦੀ ਪੋਲਿਟਿਕਸ ਤੇ ਗੱਲ ਕਰੂੰਗਾ। ਪਹਿਲਾਂ ਮੁਕਾਬਲਾ ਟ੍ਰੈਡੀਸ਼ਨਲ ਪਾਰਟੀਆਂ ਤੁਹਾਡੇ ਤੇ ਅਕਾਲੀ ਦਲ ਦੇ ਦਰਮਿਆਨ ਹੁੰਦਾ ਸੀ। ਹੁਣ ਨਵੀਂ ਪਾਰਟੀ ਆਈ ਹੈ, ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਬਾਰੇ ਕਿਹਾ ਜਾ ਰਿਹਾ ਹੈ ਕਿ ਮਾਲਵਾ ਬੈਲਟ ਦੇ ਵਿੱਚ ਆਮ ਆਦਮੀ ਪਾਰਟੀ ਦਾ ਚੰਗਾ ਆਧਾਰ ਹੈ। ਤੁਸੀਂ ਮਹਿਸੂਸ ਕਰਦੇ ਹੋ? ਕਿਉਂਕਿ 2 CM, ਤੁਸੀਂ ਵੀ ਮਾਲਵੇ ਨਾਲ ਸੰਬੰਧ ਰੱਖਦੇ ਹੋ, ਕੈਪਟਨ ਅਮਰਿੰਦਰ ਸਿੰਘ ਵੀ ਮਾਲਵੇ ਨਾਲ ਸੰਬੰਧ ਰੱਖਦੇ ਨੇ। ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਸਪੇਸ ਕਿਸ ਤਰ੍ਹਾਂ ਕ੍ਰੀਏਟ ਕਰ ਗਈ? ਪਹਿਲੀ ਗੱਲ ਤੇ ਆਮ ਆਦਮੀ ਪਾਰਟੀ
ਜਿਹੜੀ ਹੈਗੀ ਤ੍ਰਿਕੋਣੀ ਫਾਈਟ ਕੋਈ ਨਈ ਚੀਜ਼ ਨਹੀਂ ਹੈ। 2012 'ਚ ਵੀ ਤ੍ਰਿਕੋਣੀ ਫਾਈਟ ਸੀ। ਇਹ ਕਾਂਗਰਸ ਦਾ ਪੁਰਾਣਾ ਹੱਥਕੰਡਾ ਹੈਗਾ। ਜਿਵੇਂ 2012 'ਚ ਉਹਨਾਂ ਨੇ ਦੇਖਿਆ ਕਿ ਅਕਾਲੀ ਦਲ ਸਟਰੋਂਗ ਹੈਗੀ ਤਾਂ ਦੁਬਾਰਾ ਸਰਕਾਰ ਬਣ ਸਕਦੀ ਹੈ, ਜਿਹਦੇ ਕਰਕੇ ਉਹਨਾਂ ਨੇ ਸਾਡੇ ਪਰਿਵਾਰ ਦਾ ਮੈਂਬਰ ਪੁੱਟਿਆ, ਉਹਦੇ ਮੂੰਹ 'ਚ ਪੈਸੇ ਪਾਏ ਤੇ ਇੱਕ ਨਵੀਂ ਪਾਰਟੀ ਖੜੀ ਕਰਤੀ, PPP ਨਾਮ ਦੀ ਪਤੰਗ ਵਾਲੀ ਪਾਰਟੀ। ਇਸ ਨਿਸ਼ਾਨੇ ਦੇ ਨਾਲ ਕਿ ਪਰਿਵਾਰ 'ਚ ਫੁੱਟ ਪਊਗੀ, ਪਾਰਟੀ ਕਮਜ਼ੋਰ ਹੋਗੀ ਤਾਂ ਕਾਂਗਰਸ ਦੀ ਸਰਕਾਰ ਬਣ ਜਾਊਗੀ। ਲੇਕਿਨ ਲੋਕੀ ਸਿਆਣੇ ਸੀ, ਦੋਨਾਂ ਦਾ ਸਫਾਇਆ ਕਰਤਾ। ਹੁਣ ਇਸ ਵਾਰੀ ਵੀ 2017 ਵਿੱਚ ਵੀ ਕਾਂਗਰਸ ਨੂੰ ਸਿੱਧਾ ਦਿਖ ਰਿਹਾ ਸੀ ਕਿ ਜਿਹੋ ਜਿਹੇ ਕੰਮ ਆਪਾਂ ਕੀਤੇ ਨੇ ਉਹ ਕੰਮ ਬੋਲਦੇ ਨੇ, ਜਿਹੋ ਜਿਹੀ ਸਹੂਲਤਾਂ ਆਪਾਂ ਦਿੱਤੀਆਂ ਇਤਿਹਾਸ 'ਚ ਕਿਸੇ ਨੇ ਨਹੀਂ ਦਿੱਤੀਆਂ। ਸੋ ਕੰਮਾਂ ਦੇ ਆਧਾਰ 'ਚ ਜਾਂ ਸਹੂਲਤਾਂ 'ਚ ਉਹਨਾਂ ਕੋਲ ਕਹਿਣ ਵਾਸਤੇ ਕੁਝ ਨਹੀਂ। ਕੱਲੇ ਸਾਡੇ ਉੱਤੇ ਬੇਬੁਨਿਆਦ ਜਾਂ ਸਾਨੂੰ ਭੰਡਣਗੇ ਜਾਂ ਲਾਂਛਨ ਲਾਣਗੇ। ਤੇ ਇਹਨਾਂ ਚੀਜ਼ਾਂ ਦੇ ਨਾਲ ਵੀ ਜਦ ਇਹੋ ਜਿਹੀ ਹਰਕਤਾਂ ਇਹਨਾਂ ਨੇ ਪਿਛਲੇ ਸਮੇਂ 'ਚ ਕੀਤੀਆਂ, ਜਦ ਉਹ ਵੀ ਟਿਕਦੀ ਹੋਈ ਨਹੀਂ ਇਹਨਾਂ ਨੂੰ ਦਿਖੀ, ਤੇ ਉਹਨਾਂ ਨੇ ਉਹੀ ਹੱਥਕੰਡਾ ਅਪਣਾਇਆ ਜਿਹੜਾ 2013 'ਚ ਇਹਨਾਂ ਨੇ ਦਿੱਲੀ ਵਿੱਚ ਅਪਣਾਇਆ ਸੀ। ਜਿਹੜੀ ਭ੍ਰਿਸ਼ਟ ਸ਼ੀਲਾ ਦੀਕਸ਼ਿਤ ਦੀ ਕਰਪਟ ਸਰਕਾਰ ਕੇਂਦਰ ਤੇ ਦਿੱਲੀ ਵਿੱਚ ਸੀਗੀ, ਸਾਫ਼ ਦਿਖ ਰਿਹਾ ਸੀ ਕਿ ਭਾਜਪਾ ਦੀ ਸਰਕਾਰ ਆ ਰਹੀ ਹੈ। ਤੇ ਜਿਹੜਾ ਕੇਜਰੀਵਾਲ ਅੰਨਾ ਹਜ਼ਾਰੇ ਦੀ ਗੱਡੀ ਵਿੱਚ ਚੜਿਆ ਹੋਇਆ ਸੀ, ਇਸ ਅੰਨਾ ਹਜ਼ਾਰੇ ਦੇ ਮੂੰਹ 'ਚ ਪੈਸੇ ਪਾਏ ਤੇ ਉਸ ਤੋਂ ਇੱਕ ਪਾਰਟੀ ਖੜੀ ਕਰਾਈ। ਤੇ ਕੇਜਰੀਵਾਲ ਜਿਹੜਾ ਕਹਿੰਦਾ ਸੀ ਮੈਂ ਤਾਂ ਸਿਆਸਤ ਵਿੱਚ ਸਿਰਫ ਕਾਂਗਰਸ ਨੂੰ ਜੇਲ੍ਹ 'ਚ ਬੰਦ ਕਰਨ ਵਾਸਤੇ ਆਇਆ ਹੈ ਤੇ ਆਪਣੇ ਬੱਚਿਆਂ ਦੀ ਸਿਰ ਦੀ ਸੌਖ ਖਾਦੀ ਕਿ ਮੈਂ ਕਿਸੇ ਪਾਰਟੀ ਦੇ ਨਾਲ ਰਲੀ ਮਿਲੀ ਸਰਕਾਰ ਨਹੀਂ ਬਣਾਵਾਂਗਾ। ਤੇ ਆਹੀ ਕੇਜਰੀਵਾਲ ਨੇ ਰਿਜ਼ਲਟ ਦੇ 5 ਦਿਨਾਂ ਬਾਅਦ ਉਸ ਭ੍ਰਿਸ਼ਟ ਕਾਂਗਰਸ ਨੂੰ ਜਿਹਨੂੰ ਜੇਲ੍ਹ ਭੇਜਣਾ ਸੀ, ਉਹ ਤਾਂ ਅੱਜ ਤੱਕ ਗਈ ਨਹੀਂ, ਉਹਦੇ ਨਾਲ ਹੀ ਰਲ ਮਿਲ ਕੇ ਸਰਕਾਰ ਬਣਾਈ। ਤੇ ਮੁਤਾਬਕ ਕਾਂਗਰਸ ਦੀ ਪਦਾਇਸ਼ ਹੈ। ਹਾਂ, ਇਹਨਾਂ ਨੂੰ ਪੈਦਾ ਦਿੱਲੀ ਵਿੱਚ ਕੀਤਾ ਸੀ ਨਾ, ਇਹਨਾਂ ਨੇ ਰਲ ਮਿਲ ਕੇ ਕਾਂਗਰਸ ਤੇ ਆਮ ਆਦਮੀ ਨੇ ਦਿੱਲੀ ਵਿੱਚ ਸਰਕਾਰ ਬਣਾਈ 2014 ਵਿੱਚ। ਤੇ ਹੁਣ 2017 ਵਿੱਚ ਪੰਜਾਬ 'ਚ ਕਿਉਂ ਨਹੀਂ ਬਣਾ ਸਕਦੇ? ਅੱਜ ਪੰਜਾਬ ਵਿੱਚ ਵੀ ਤੁਸੀਂ ਦੇਖੋ, ਇਹਨਾਂ ਦਾ ਇੱਕੋ ਹੀ ਨਿਸ਼ਾਨਾ ਦੋਨਾਂ ਦਾ ਕਿ ਬਾਦਲ ਦੇ ਖਿਲਾਫ ਕੌਣ ਲੜ ਰਿਹਾ ਹੈਗਾ, ਸੁਖਬੀਰ ਦੇ ਖਿਲਾਫ ਕੌਣ ਹੈ, ਮਜੀਠੀਆ ਦੇ ਖਿਲਾਫ ਕੌਣ। ਕਦੇ ਇਹਨਾਂ ਨੂੰ ਬੋਲਦੇ ਹੋਏ ਸੁਣਿਆ ਕਿ ਕੈਪਟਨ ਦੇ ਖਿਲਾਫ ਕੌਣ ਲੜ ਰਿਹਾ ਹੈ ਜਾਂ ਪੱਠਲ ਦੇ ਖਿਲਾਫ ਕੌਣ ਲੜ ਰਿਹਾ? ਇੱਕ ਦੂਜੇ ਦਾ ਤਾਂ ਨਾਂ ਹੀ ਨਹੀਂ ਲੈਂਦੇ। ਪਰ ਉਹ ਤਾਂ ਉਲਟੇ ਇਲਜ਼ਾਮ ਲਗਾਉਂਦੇ ਨੇ ਕਿ ਅਕਾਲੀ ਤੇ ਕਾਂਗਰਸੀ ਰਲੇ ਹੋਏ ਨੇ, ਇਹ ਵਾਰੀਆਂ ਬਦਲ ਕੇ ਰਾਜ ਕਰ ਰਹੇ ਨੇ। ਸੋ ਇਹਨਾਂ ਨੂੰ ਤਾਂ ਬੋਲਣ ਦੀ ਲੋੜ ਹੈ। ਮੈਂ ਤਾਂ ਪੁੱਛਦੀ ਆ ਨਾ ਤੁਹਾਨੂੰ, ਕਾਂਗਰਸ ਤੇ ਕੇਜਰੀਵਾਲ ਦੱਸਣ ਕਿ ਦਿੱਲੀ ਵਿੱਚ 2014 'ਚ ਕਿਹਨੇ ਰਲੀ ਮਿਲੀ ਸਰਕਾਰ ਬਣਾਈ ਸੀ? ਅਸੀਂ ਤਾਂ ਇਤਿਹਾਸ 'ਚ ਕਦੇ ਕਾਂਗਰਸ ਦੇ ਨਾਲ ਰਲ ਮਿਲ ਕੇ ਕਦੇ ਸਰਕਾਰ ਬਣਾਈ ਨਹੀਂ। ਇਹਨਾਂ ਦਾ ਤਾਂ ਹੁਣੇ ਨਵਾਂ ਹੀ ਇਤਿਹਾਸ ਹੈਗਾ, ਜ਼ਿਆਦਾ ਲੰਬਾ ਵੀ ਦਿਮਾਗ ਨੂੰ ਬੋਝ ਦੇਣ ਦੀ ਲੋੜ ਨਹੀਂ, 2 ਸਾਲ ਪੁਰਾਣੀ ਗੱਲ ਹੈਗੀ। ਸੋ ਇਹਨਾਂ ਦੇ ਸਟਾਈਲ ਵੀ ਜੇ ਤੁਸੀਂ ਦੇਖੋ, ਅੱਜ ਸਿਆਸਤ ਨੂੰ ਕਿਸ ਲੈਵਲ ਤਾਈਂ ਗਿਰਾ ਸਕਦੇ ਨੇ, ਦੋਨਾਂ ਦੀ ਸੋਚ ਬਿਲਕੁਲ ਇੱਕ ਹੈ। ਜੇ ਸਿਆਸਤ ਵਿੱਚ ਸਿਆਸੀ ਲਾਹ ਲੈਣ ਵਾਸਤੇ ਕਾਂਗਰਸ ਨੇ ਟੈਂਕਾਂ ਤੋਪਾਂ ਚਲਾ ਕੇ ਦਰਬਾਰ ਸਾਹਿਬ 'ਚ ਹਮਲੇ ਕੀਤੇ, ਗੋਲੀਆਂ ਨਾਲ ਗੁਰੂ ਸਾਹਿਬ ਨੂੰ ਛੱਲੀ ਕੀਤਾ, ਜਾਂ ਫਿਰ ਕਤਲੇਆਮ ਕਰਕੇ ਸਾਡੇ ਸਿੱਖ ਭਰਾਵਾਂ ਨੂੰ ਉੱਥੇ ਵੀ ਸਿਆਸੀ ਲਾਹ ਲੈਤਾ, ਜਾਂ ਫਿਰ ਹੁਣ ਹਾਲ ਹੀ 'ਚ ਜਿਹੜੀ ਸਰਬਤ ਖਾਲਸਾ ਦੀ ਸਟੇਜ ਸਜੀ, ਜਿਹਦੇ ਨਾਲ ਇਹੋ ਜਿਹੇ ਜਥੇਦਾਰ ਥਾਪੇ ਗਏ ਜਿਨ੍ਹਾਂ ਦੇ ਆਉਣ ਦੇ ਨਾਲ ਸਾਡੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਕਮਜ਼ੋਰ ਹੁੰਦੀ ਹੈ, ਸਿੱਖ ਪੰਥ ਵਿੱਚ ਦੁਵਿਧਾ ਪੈਦਾ ਹੁੰਦੀ ਹੈ। ਤੇ ਉਹਨਾਂ ਸਟੇਜਾਂ ਵਿੱਚ ਚੜ ਕੇ ਇਹ ਸਾਰੇ ਕਰਾਉਣ ਵਾਲੇ ਤਾਂ ਉਹੀ ਕਾਂਗਰਸੀ ਸੀ। ਪਰ ਆਪ ਵਾਲੇ ਮੈਡਮ ਇਹ ਕਹਿੰਦੇ ਨੇ ਕਿ ਇਹਦੇ ਮੈਂ ਤੁਹਾਨੂੰ ਇਹਦੇ ਨਾਲ ਆਪ ਦਾ ਕੀ ਮੈਂ ਤੁਹਾਨੂੰ ਦੱਸਣਾ, ਇਹਨਾਂ ਦਾ ਸਟਾਈਲ ਮੈਂ ਦੱਸ ਰਿਹਾ। ਜੇ ਕਾਂਗਰਸ ਦਾ ਉਹ ਸਟਾਈਲ ਹੈਗਾ ਕਿ ਪੰਥ ਨੂੰ ਕਮਜ਼ੋਰ ਕੀਤਾ ਜਾਏ, ਧਰਮ ਨੂੰ ਕਮਜ਼ੋਰ ਕੀਤਾ ਜਾਏ, ਤੇ ਕੇਜਰੀਵਾਲ ਸਾਹਿਬ ਨੇ ਜਿਹੜੇ ਆਪਣੇ ਦਰਬਾਰ ਸਾਹਿਬ ਦੇ ਫੋਟੋ ਦੇ ਉੱਤੇ ਝਾੜੂ ਛਾਪਿਆ, ਇਹ ਕੋਈ ਮਾਮੂਲੀ ਗੱਲ ਤਾਂ ਨਹੀਂ ਹੈ। ਸਾਡੇ ਭਾਵਨਾਵਾਂ ਨੂੰ ਭੜਕਾਉਣ ਕੇ ਸਾਨੂੰ ਇੱਥੇ ਰੋਸ ਕਰਕੇ ਅਸੀਂ ਕੋਈ ਨਾਰਾਜ਼ਗੀ ਦਿਖਾਈਏ, ਜਤਾਈਏ ਤੇ ਲੜਾਈ ਪਾਈਏ। ਉਹਦੇ ਬਾਅਦ ਜਿਹੜੇ ਸੀਸਗੰਜ ਸਾਹਿਬ ਦੇ ਉੱਤੇ ਬੁਲਡੋਜ਼ਰ ਫੇਰਨ ਦੇ ਆਰਡਰ ਦਿੱਤੇ ਗਏ ਤੇ ਬੁਲਡੋਜ਼ਰ ਫੇਰਾ ਗਿਆ ਸੀਸਗੰਜ ਸਾਹਿਬ ਤੇ, ਇਹ ਵੀ ਸਾਨੂੰ ਠੇਸ ਪਹੁੰਚਾਉਣ ਲਈ ਸੀਗਾ। ਤੇ ਜਿਹੜੇ ਕੇਜਰੀਵਾਲ ਸਾਹਿਬ ਦੇ MLA ਕੇਜਰੀਵਾਲ ਤੋਂ ਬਿਨਾਂ ਪੁੱਛੇ ਤਾਂ ਕਰ ਨਹੀਂ ਸਕਦੇ, ਜਿਨ੍ਹਾਂ ਦੇ MLA ਕਰੋੜਾਂ ਰੁਪਏ ਦੇ ਕੇ ਕੁਰਾਨ ਸ਼ਰੀਫ ਦੀ ਬੇਅਦਬੀ ਪੰਜਾਬ 'ਚ ਕਰਾ ਸਕਦੇ ਨੇ, ਤੇ ਕੀ ਜਿਹੜੇ ਸਾਡੇ ਗੁਰੂ ਸਾਹਿਬ ਦੇ ਉੱਤੇ ਹਮਲੇ ਹੋਏ ਕਰੋੜਾਂ ਰੁਪਏ ਦੇ ਕੇ ਉਹ ਕਰਾ ਕੇ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰ ਸਕਦੇ? ਪਰ ਉਲਟਾ ਉਹ ਕਹਿੰਦੇ ਨੇ ਕਿ 84 ਦਾ ਮੁੱਦਾ ਜਿਹੜਾ ਹੋਇਆ, ਸਿੱਖ ਕਤਲੇਆਮ ਹੋਇਆ, ਕਾਂਗਰਸ ਦੇ ਰਾਜ ਹੋਇਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਕਾਲੀ ਦਲ ਦੇ ਰਾਜ ਹੋਈ। ਉਹ ਕਹਿੰਦੇ ਨੇ ਕਿ ਹੁਣ ਦੋਵੇਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਹੈ। ਸੋ ਮੈਂ ਆਹੀ ਕੇਜਰੀਵਾਲ ਸਾਹਿਬ ਨੂੰ ਕਹਿਣਾ ਚਾਹੁੰਦੀ ਹਾਂ ਕਿ ਪੰਜਾਬ ਦੇ ਇਤਿਹਾਸ 'ਚ ਨਾ ਕਾਂਗਰਸ ਦੇ ਨਾ ਅਕਾਲੀਆਂ 'ਚ ਰਾਜ ਦੀ ਇਹੋ ਜਿਹੀ ਹਰਕਤ ਕਦੇ ਹੋਈ ਨਹੀਂ ਸੀ। ਇਹ ਤਾਂ ਹੀ 2014 ਦੇ ਬਾਅਦ ਜਦੋਂ ਇਹ ਬਾਹਰ ਦੇ ਬੰਦੇ ਆਏ ਨੇ, ਕੇਜਰੀਵਾਲ ਵਰਗੇ ਤੇ ਸੰਜੇ ਸਿੰਘ ਵਰਗੇ, ਜਿਹੜਾ ਨਾ ਪੰਜਾਬ ਨੂੰ ਜਾਣਦੇ ਨੇ, ਨਾ ਪੰਜਾਬ ਦੇ ਧਰਮ ਨੂੰ, ਨਾ ਬੋਲੀ, ਨਾ ਭਾਸ਼ਾ, ਜਿਨ੍ਹਾਂ ਦਾ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਇਹਨਾਂ ਨੇ ਇਸ ਹੱਦ ਤਾਈਂ ਗਿਰ ਗਏ ਨੇ ਕਿ ਇਹੋ ਜਿਹੀ ਹਰਕਤਾਂ ਹੋਈਆਂ ਨੇ ਜਿਹੜੇ ਕਦੇ ਪੰਜਾਬ 'ਚ ਹੋਏ ਨਹੀਂ। ਤੇ ਦੂਜੀ ਗੱਲ, ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਜਿਹੜਾ ਕੁਝ ਤਾਂ ਤੁਸੀਂ ਕੀਤਾ ਪਿਆਊ 'ਚ ਜਾਂ ਉੱਥੇ ਦਰਬਾਰ ਸਾਹਿਬ 'ਚ, ਉਹ ਤਾਂ ਸਾਹਮਣੇ, ਲੇਕਿਨ ਮੈਨੂੰ ਦੱਸੋ ਖਾੜਕੂਆਂ ਦੇ ਨਾਲ ਕੌਣ ਗੱਲ ਵਖੜੀ ਕਰੀ ਬੈਠਿਆ ਹੈਗਾ? ਤਾਲਮੇਲ ਕੌਣ? ਜਿਹੜੇ ਖਾਲਿਸਤਾਨ ਕਮਾਂਡੋ ਫੋਰਸ ਦੇ ਘਰ 'ਚ ਤੁਸੀਂ ਪਰਸੋਂ ਰਾਤ ਮੋਗੇ 'ਚ ਰਹਿ ਕੇ ਆਏ ਹੋ, ਇਹ ਤਾਂ ਉਹ ਬੰਦੇ ਨੇ ਜਿਨ੍ਹਾਂ ਨੇ ਗਈਆਂ ਦੀ ਪੁੱਛਾਂ ਕੱਟ ਕੇ ਮੰਦਰਾਂ 'ਚ ਸਿੱਟਿਆ ਸੀ ਤੇ ਪੁਜਾਰੀ ਨੂੰ ਗੋਲੀਆਂ ਦੇ ਨਾਲ ਛੱਲੀ ਕਰਤਾ ਸੀ ਤੇ ਗੁਟਕੇ ਸਾਹਿਬ ਫਾੜ ਕੇ ਗੁਰਦੁਆਰਿਆਂ 'ਚ ਸਿੱਟਿਆ ਸੀਗੀਆਂ। ਨਿਸ਼ਾਨਾ ਕੀ ਸੀ?
ਇਸ ਬੰਦੇ ਦਾ ਨਿਸ਼ਾਨਾ ਉਹੀ ਸੀ ਕਿ ਇਹ ਧਾਰਮਿਕ ਭਾਵਨਾएं ਫੜ ਕੇ ਤੇ ਲੋਕੀ ਲੜਨ। ਅੱਜ ਤੁਸੀਂ ਉਸ ਦੇ ਘਰੇ ਜਾ ਕੇ ਰਹਿ ਰਹੇ ਹੋ ਤੇ ਉਸੇ ਤੁਸੀਂ ਕੋਈ ਭਜਨ ਪਾਠ ਤਾਂ ਕੀਤਾ ਨਹੀਂ ਹੋਣਾ ਉਹਦੇ ਨਾਲ ਬਹਿ ਕੇ, ਆਈ ਚੀਜ਼ਾਂ ਦੀ ਸਲਾਹ ਮਸ਼ਵਰਾ ਕੀਤੀ ਹੋਣਗੀਆਂ। ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਸਾਰੇ ਤੁਸੀਂ ਇਤਿਹਾਸ ਦੇਖ ਲਓ, ਹਫਤਾ 10 ਦਿਨ ਪਹਿਲੇ ਜਦ ਆਏ ਸੀਗੇ ਤੇ ਜਾ ਕੇ ਉਸ ਅਖੰਡ ਕੀਰਤਨੀਆਂ ਜਥੇ ਜਿਹੜਾ ਫਰੰਟ ਹੈਗਾ ਇਹਨਾਂ ਖਾੜਕੂਆਂ ਦਾ, ਜਿਹੜਾ ਉਹਨਾਂ ਨੂੰ ਫੰਡ ਕੀਤਾ ਹੈ, ਉਹਨਾਂ ਦੇ ਨਾਲ ਤੁਸੀਂ ਜਾ ਕੇ ਚਾਹ ਪੀਂਦੇ ਹੋ। ਜਿਹੜੇ ਤੁਹਾਡੇ ਇਹ ਨਕਲੀ ਕ੍ਰਿਮੀਨਲ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ, ਜਿਨ੍ਹਾਂ ਨੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਬਾਲ ਸਾਹਿਬ ਉੱਤੇ ਹਮਲਾ ਕਰਦੇ ਨੇ, ਉਹ ਸਾਰੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਨੇ। ਜਿਹੜੇ ਬੰਦੇ ਨੇ ਬੇਅਦਬੀ ਕੀਤੀ ਸੀ, ਜਿਹੜੇ ਬੇਅਦਬੀ 'ਚ 2 ਮੁੰਡੇ ਫੜੇ ਗਏ ਸੀਗੇ, ਗੁਰੂ ਸਾਹਿਬ ਦੇ ਉੱਤੇ ਹਮਲਾ ਕਰਨ ਵਾਲੇ ਜਿਹੜੇ 2 ਮੁੰਡੇ ਫੜੇ ਗਏ ਸੀ, ਰੁਪਿੰਦਰ ਖਾਲਸਾ ਜੋ ਅਰੈਸਟ ਹੋਏ ਸੀ ਕਿਉਂਕਿ ਉਹਨਾਂ ਦੇ ਰਾਹੀਂ ਬਾਕੀ ਗੁਰੂ ਸਾਹਿਬ ਦੇ ਅੰਗ ਪਕੜੇ ਗਏ। ਉਹਨਾਂ ਦੀ ਰਿਕਾਰਡਿੰਗ ਮਿਲੀ ਗਈ ਜਿੱਥੇ ਉਹ ਅੰਗਾਂ ਦੀ ਗੱਲ ਕਰ ਰਹੇ ਨੇ, ਜਿਨ੍ਹਾਂ ਨੇ ਅਦਾਲਤ ਵਿੱਚ ਜਾ ਕੇ ਜਿਹੜਾ ਝੂਠ ਸੱਚ ਵਾਲਾ ਟੈਸਟ, ਨਾਕੋ ਟੈਸਟ ਹੁੰਦਾ ਹੈ, ਉਹ ਨਾਕੋ ਟੈਸਟ ਲੈਣ ਤੋਂ ਮਨਾ ਕੀਤਾ। ਅੱਜ 2 ਦਿਨ ਪਹਿਲੇ ਤਾਂ ਫੂਲਕਾ ਸਾਹਿਬ ਦੀ ਸਮਰਥਨ 'ਚ ਆਮ ਆਦਮੀ 'ਚ ਖੁਦ ਉਹ ਸ਼ਾਮਿਲ ਹੋਏ ਨੇ। ਸੋ ਜਿਹੜਾ ਕੇਜਰੀਵਾਲ ਸਾਹਿਬ ਦਾ ਇਹ ਮਾੜੇ ਲੋਕਾਂ ਦੇ ਨਾਲ ਤੇ ਖਾੜਕੂ ਲੋਕਾਂ ਦੇ ਨਾਲ ਜਿਹੜਾ ਇਹਨਾਂ ਦੀ ਕਨੈਕਸ਼ਨ ਹੈਗੀ, ਇਹ ਬਿਲਕੁਲ ਕਲੀਅਰ ਕਿ ਇਹਨਾਂ ਦਾ ਨਿਸ਼ਾਨਾ ਕਿ ਗੁਰਦੁਆਰਾ ਸਾਹਿਬ ਤੇ ਪੰਜਾਬ ਦਾ ਖਾਲਿਸਤਾਨ, ਇਹ ਸਾਰਾ ਕੁਝ ਤੁਹਾਨੂੰ ਐਸਜੀਪੀਸੀ ਤੁਹਾਨੂੰ ਸੌਂਪ ਦਾਂਗੇ। ਤੁਸੀਂ ਪੰਜਾਬ ਦਾ ਜੋ ਬੇੜਾ ਗਰਕ ਕਰਨਾ ਹੈ ਤੁਸੀਂ ਕਰੋ। ਸਾਨੂੰ ਕਦੇ ਪੰਜਾਬ ਨੂੰ ਲੁੱਟਣ ਤਾਂ ਹੀ ਸਾਡੀ ਸੋਚ ਸੀਮਤ ਹੈ, ਤੇ ਲੁੱਟ ਕੇ ਜਿਵੇਂ ਦਿੱਲੀ ਨੂੰ ਲੁੱਟ ਰਹੇ ਨੇ, ਗਾਂ ਪੰਜਾਬ ਨੂੰ ਸੰਜੇ ਸਿੰਘ ਤੇ ਹੈ। ਅੱਜ ਮੈਂ ਪੁੱਛਦੀ ਹਾਂ ਕੇਜਰੀਵਾਲ ਸਾਹਿਬ, ਚਲੋ ਮੁੱਖ ਮੰਤਰੀ ਤੁਸੀਂ ਗੋਆ 'ਚ ਐਲਾਨ ਕਰਤਾ, ਪੰਜਾਬ 'ਚ ਕਿਉਂ ਨਹੀਂ ਕੀਤਾ? ਜੇ ਤੁਸੀਂ ਮੁੱਖ ਮੰਤਰੀ ਨਹੀਂ ਐਲਾਨ ਕਰ ਸਕਦੇ, ਤੁਸੀਂ ਉਪ ਮੁੱਖ ਮੰਤਰੀ ਕਿਉਂ ਨਹੀਂ ਐਲਾਨ ਕਰਦੇ? ਪੰਜਾਬ ਦੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਸ਼ਰਾਬੀ ਬਣੂਗਾ, ਕੋਈ ਨਸ਼ੇੜੀ ਬਣੂਗਾ, ਕੋਈ ਜੋਕਰ ਬਣੂਗਾ, ਕੋਈ ਮਡਾਰੀ ਬਣੂਗਾ, ਕਿਹੜਾ ਬਣੂਗਾ? ਕਿਉਂਕਿ ਇਹ ਸੰਜੇ ਸਿੰਘ ਵਰਗੇ ਠੱਗ ਜਿਹੜੇ ਬਾਹਰੋਂ ਆਏ ਨੇ, ਇਹ ਠੱਗੀ ਵਾਸਤੇ ਬੈਠਣਗੇ। ਇਹਨਾਂ ਦੀ ਸਰਪ੍ਰਸਤੀ ਕੇਜਰੀਵਾਲ ਸਾਹਿਬ ਕਰਨਗੇ, ਜਿਵੇਂ ਦਿੱਲੀ ਵਿੱਚ ਕਰ ਰਹੇ ਨੇ, ਹੁਣ ਇੱਥੇ ਕਰਨਗੇ। ਤੇ ਗਾਂ ਫਿਰ ਦੂਜੇ ਸੂਬਿਆਂ ਨੂੰ ਲੁੱਟਣ ਵਾਸਤੇ ਜਿਹੜਾ ਇਹਨਾਂ ਨੇ ਸਿਆਸਤ ਦਾ ਧੰਦਾ ਬਣਾ ਲਿਆ ਹੈ, ਵਿਦੇਸ਼ਾਂ 'ਚ ਜਾ ਕੇ ਡਾਲਰ ਇਕੱਠੇ ਕਰੋ, ਸੂਬੇ ਵਿੱਚ ਆ ਕੇ ਟਿਕਟਾਂ ਵੇਚੋ, ਤੇ ਫਿਰ ਲੋਕਾਂ ਦੇ ਵਿੱਚ ਜਾ ਕੇ ਚੰਦਾ ਇਕੱਠਾ ਕਰੋ, ਰੋਟੀ ਖਾਓ ਤੇ ਸਾਨੂੰ ਚੰਦਾ ਦਿਓ। ਭਗਵੰਤ ਮਾਨ ਤੇ ਕੇਜਰੀਵਾਲ ਇਸ ਵਾਰ ਦੀ ਜਿਹੜੀ ਸਿਆਸਤ ਹੈ ਉਹ ਸਿਰਫ ਬਾਦਲ ਪਰਿਵਾਰ ਤੇ ਫੋਕਸ ਹੋ ਗਈ ਹੈ। ਤੁਹਾਡੇ ਬਿਜ਼ਨਸ ਤੇ, ਤੁਹਾਡੇ ਕਾਰੋਬਾਰ ਤੇ ਲਗਾਤਾਰ ਨਿਸ਼ਾਨੇ ਸਾਧਦੇ ਨੇ। ਅਰਵਿੰਦ ਕਹਿੰਦੇ ਨੇ ਕਿ ਮੇਰੀ ਸਰਕਾਰ ਆ ਗਈ ਤਾਂ ਮੈਂ ਬਾਦਲਿਆਂ ਦੀਆਂ ਬੱਸਾਂ ਲੋਕਾਂ ਨੂੰ ਵੰਡ ਦਿਆਂਗਾ। ਬਿਕਰਮ ਜੀ ਹੋਰਾਂ ਬਾਰੇ ਕਹਿੰਦੇ ਨੇ ਕਿ ਮੈਂ ਜੇਲ੍ਹ 'ਚ ਭੇਜ ਦਾਂਗਾ। ਤੁਹਾਡੀ ਅਸੈਸਮੈਂਟ ਕੀ ਹੈ ਕਿ ਰਾਜਨੀਤੀ ਦੇ ਵਿੱਚ ਇਹ ਸਭ ਕੁਝ ਵਾਜਬ ਕਿੰਨਾ ਕੁ ਲੱਗਦਾ? ਇਹ ਇਹਨਾਂ ਦਾ ਇਨਐਕਸਪੀਰੀਅੰਸ ਦਿਖਦਾ ਹੈ। ਤੁਸੀਂ ਸਰਕਾਰ 'ਚ ਹੈਗੇ ਹੋ, ਕਿ ਇੰਨੀ ਛੇਤੀ ਕਿਸੇ ਨੂੰ ਅੰਦਰ ਕਰਨਾ ਸੌਖਾ ਜਾਪਦਾ? ਇਹਨਾਂ ਦਾ ਉਹੀ ਤਾਂ ਮੈਂ ਕਹਿ ਰਹੀ ਹਾਂ, ਇਹਨਾਂ ਦੀ ਇਨਐਕਸਪੀਰੀਅੰਸ। ਆਹੀ ਜਿਹੜਾ ਮੁੱਖ ਮੰਤਰੀ ਇਤਿਹਾਸ 'ਚ ਕਦੇ ਦੇਖਿਆ ਜਿਹੜਾ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਜਾ ਕੇ ਧਰਨਾ ਲਾਉਂਦਾ ਹੈ? ਅੱਜ ਤਾਈਂ ਕਿਸੇ ਮੁੱਖ ਮੰਤਰੀ ਨੇ ਕੀਤਾ, ਕਿਉਂਕਿ ਇਹ ਨਾਕਿਸਟ ਐਟੀਟਿਊਡ। ਇਹ ਸਾਡਾ ਦੇਸ਼ ਇੱਕ ਡੈਮੋਕ੍ਰੈਟਿਕ ਦੇਸ਼ ਹੈ, ਸਾਡੇ ਸਿਸਟਮਸ ਹੋਣੇ ਜਿਨ੍ਹਾਂ ਸਿਸਟਮ ਦੇ। ਅੱਜ ਤੁਸੀਂ ਦੇਖਿਆ ਇਲੈਕਸ਼ਨ ਕਮਿਸ਼ਨ ਨੇ ਇਤਿਹਾਸ 'ਚ ਪਹਿਲੀ ਵਾਰੀ ਕੇਜਰੀਵਾਲ ਦੇ ਖਿਲਾਫ ਇਹਨਾਂ ਨੂੰ FIR, ਅੱਜ ਤਾਈਂ ਕਿਸੇ ਮੁੱਖ ਮੰਤਰੀ ਦੇ ਖਿਲਾਫ FIR ਇਲੈਕਸ਼ਨ ਕਮਿਸ਼ਨ ਨੇ ਨਹੀਂ ਕੀਤਾ, ਲੇਕਿਨ ਕੇਜਰੀਵਾਲ ਦੇ ਖਿਲਾਫ ਕਿਉਂ? ਕਿਉਂਕਿ ਲੋਕਾਂ ਨੂੰ ਭੜਕਾ ਰਿਹਾ ਸੀ ਰਿਸ਼ਵਤ ਲਓ। ਇਹ ਕਹਿੰਦਾ ਸੀ ਭ੍ਰਿਸ਼ਟਾਚਾਰ ਖਤਮ ਕਰਨਾ ਹੈ, ਲੇਕਿਨ ਲੋਕਾਂ ਨੂੰ ਭੜਕਾ ਕੇ ਕਹਿ ਰਹੇ ਸੀ ਰਿਸ਼ਵਤ ਲੈ ਕੇ ਵੋਟ ਪਾਓ। ਜਦ ਇਲੈਕਸ਼ਨ ਕਮਿਸ਼ਨ ਨੇ ਇਹਨੂੰ ਰੋਕਿਆ, ਤੂੰ ਨਹੀਂ ਕਹਿ ਸਕਦਾ, ਕਹਿੰਦਾ ਕਰ ਲੈ ਜੋ ਮਰਜ਼ੀ ਇਲੈਕਸ਼ਨ ਕਰ, ਮੈਂ ਤਾਂ ਕਵਾਂਗਾ, ਤੇ ਇਹਦੇ ਖਿਲਾਫ FIR। ਇਲੈਕਸ਼ਨ ਚੋਣ ਕਮਿਸ਼ਨ ਨੂੰ ਕੁਝ ਨਹੀਂ ਸਮਝਦਾ, ਅਦਾਲਤ ਨੂੰ ਕੁਝ ਨਹੀਂ ਸਮਝਦਾ, ਇਹਨੂੰ ਕਿਹੜੀ ਮਰਿਆਦਾ 'ਚ ਰਹਿ ਕੇ ਪ੍ਰਧਾਨ ਮੰਤਰੀ ਦੇ ਨਾਲ ਕਿਵੇਂ ਕੰਮ ਕਰਨਾ ਹੈ। ਦਿੱਲੀ ਦੇ ਝੂਠੇ ਵਾਅਦੇ ਜਿਹੜੇ ਮਾਰੇ ਸੀ, ਮੰਤਰੀ ਨਹੀਂ ਕਰਨ ਦੇ ਰਿਹਾ, ਵਿੱਤ ਮੰਤਰੀ ਨਹੀਂ ਕਰਨ ਦੇ ਰਿਹਾ, ਗਵਰਨਰ ਨਹੀਂ ਕਰਨ ਦੇ ਰਿਹਾ, ਪੁਲਿਸ ਨਹੀਂ ਕਰ ਰਹੀ ਹੈ, ਅਫਸਰ ਨਹੀਂ ਕਰ ਰਹੇ। ਮੈਂ ਅਫਸਰਾਂ ਨੂੰ ਜੇਲ੍ਹ 'ਚ ਧੱਕੂੰਗਾ, ਮੈਂ ਪੁਲਿਸ ਨੂੰ ਜੇਲ੍ਹ 'ਚ ਧੱਕੂੰਗਾ, ਮੈਂ ਲਾ ਕੇ ਵਿੱਤ ਮੰਤਰੀ ਨੂੰ ਕਟਹਿਰੇ 'ਚ ਖੜਾ ਕਰਾਂਗਾ, ਮੈਂ ਪ੍ਰਧਾਨ ਮੰਤਰੀ ਨੂੰ ਫਲਾਟ ਟਿਮਕਾ ਕਰਾਂਗਾ। ਇਹਦੇ ਕੋਲ ਕੰਮ ਤਾਂ ਕੁਝ ਹੈ ਹੀ ਨਹੀਂ, ਕੱਲੇ ਆਈ ਕੁਝ ਕਰਦਾ। ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਇਹ ਤਾਂ ਕਿਹਨੂੰ ਧੱਕੂਗਾ, ਲੇਕਿਨ ਇਹ ਹਰ ਹਾਲਤ 'ਚ ਜੇਲ੍ਹ ਵਿੱਚ ਜਾਊਗਾ। ਇਹਦੇ 21 ਮੰਤਰੀ ਅੱਧੇ ਜੇਲ੍ਹ 'ਚ ਬੰਦ ਨੇ ਦਿੱਲੀ ਵਿੱਚ, ਤੇ ਆਧੇ ਬੇਲ 'ਚ ਬਾਹਰ ਨੇ। ਕੇਜਰੀਵਾਲ ਸਾਹਿਬ ਦੇ ਖਿਲਾਫ 3 ਕੇਸ ਚੱਲ ਰਹੇ ਨੇ, ਤੇ ਪਰਸੋਂ ਦੇ ਕੇਸ ਨੇ ਤਾਂ ਹੱਦ ਕਰਤਾ, ਜਿੱਥੇ ਆਪਣੇ ਹੀ ਸਾਲੇ ਨੂੰ ਕੇਜਰੀਵਾਲ ਨੇ ਸਾਰੇ ਦਿੱਲੀ ਦੀ ਸੜਕਾਂ ਦਾ ਠੇਕਾ ਦਿੱਤਾ, ਤੇ ਉਹ ਇੱਕ ਇੱਟ ਲੱਗੀ ਨਹੀਂ, ਲੇਕਿਨ ਕਰੋੜਾਂ ਰੁਪਏ ਉਹਨਾਂ ਦੇ ਅਕਾਊਂਟ 'ਚ ਜਮ੍ਹਾਂ ਹੋ ਗਏ। ਉਹ ਕੇਸ ਵੀ ਇਹਨਾਂ ਦੇ ਖਿਲਾਫ ਖੁੱਲਿਆ। ਜੇਟਲੀ ਸਾਹਿਬ ਦੇ ਕੇਸ ਵਿੱਚ ਵੀ ਅੰਦਰ ਜਾਊਗਾ, ਜਿਹੜਾ ਝੂਠਾ ਸਿੱਧਾ ਜੇਟਲੀ ਸਾਹਿਬ ਦੇ ਉੱਤੇ ਕੀਤਾ ਸੀ, ਤੇ ਬਿਕਰਮ ਦੇ ਉੱਤੇ ਜਿਹੜਾ ਝੂਠਾ ਪ੍ਰਚਾਰ ਇਹਨੇ ਕੀਤਾ। ਅੱਜ ਕ੍ਰਿਮੀਨਲ ਚਾਰजेस ਕੇਜਰੀਵਾਲ ਦੇ ਅਗੇਂਸਟ ਫਾਈਲ ਹੋ ਗਏ ਨੇ, ਉਹਦੀ ਉਲਟੀ ਗਿਣਤੀ ਸ਼ੁਰੂ ਹੋ ਗਈ। ਕੁਝ ਹੀ ਦਿਨਾਂ 'ਚ ਜੇਲ੍ਹ 'ਚ ਖੁਦ ਜਾਊਗਾ। ਦੋਵੇਂ ਪਾਰਟੀਆਂ ਕਹਿ ਰਹੀਆਂ, ਅਕਾਲੀ ਦਲ ਵੀ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਦਾ ਆਧਾਰ ਨਹੀਂ ਹੈ, ਕਾਂਗਰਸ ਵੀ ਕਹਿ ਰਹੀ ਹੈ, ਪਰ ਪ੍ਰਚਾਰ ਦੇ ਵਿੱਚ ਇੰਨਾ ਅਹਿਮ ਹਿੱਸਾ ਕਿਉਂ ਬਣ ਗਈ ਆਮ ਆਦਮੀ ਪਾਰਟੀ? ਇਸ ਕਰਕੇ ਕਿਉਂਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੁੰਦੀ ਹੈ, ਇਹ ਨੌਜਵਾਨ ਪੀੜ੍ਹੀ ਬਹੁਤ ਛੇਤੀ ਕੱਚੇ ਮਨ ਵਾਲੇ ਹੁੰਦੇ ਨੇ। ਇਹਨਾਂ ਨੇ ਪਿਛਲੇ 10 ਸਾਲ ਸਾਰਾ ਕੁਝ ਇਹਨਾਂ ਨੂੰ ਸੌਖੇ ਹੀ ਮਿਲਿਆ। ਜਿਹੜਾ ਸੰਤਾਪ ਸਾਡੇ ਪੰਜਾਬ ਨੇ ਹੰਡਾਇਆ ਸੀ ਨਾ, ਉਹ ਇਹਨਾਂ ਦੇ ਬਜ਼ੁਰਗਾਂ ਨੇ ਦੇਖਿਆ ਹੈ ਕਿ ਜਦ ਮਾਹੌਲ ਖਰਾਬ ਹੁੰਦਾ ਹੈ, ਇਹੋ ਜਿਹੇ ਮਾਹੌਲ ਜਿਹੋ ਜਿਹੇ ਇਹ ਪਾਰਟੀਆਂ ਪੈਦਾ ਕਰ ਰਹੀਆਂ ਨੇ, ਇਸ ਦੌਰ ਤੋਂ ਪੰਜਾਬ ਪਹਿਲੇ ਗੁਜ਼ਰ ਚੁੱਕਿਆ ਹੈ। ਇਹਨਾਂ ਦੇ ਬਜ਼ੁਰਗਾਂ ਨੇ ਦੇਖਿਆ ਹੈ। ਇਹ ਬੱਚਿਆਂ ਨੂੰ ਸਾਰਾ ਕੁਝ ਪੱਕਾ ਪਕਾਇਆ ਮਿਲਿਆ ਹੈਗਾ, ਇਹਨਾਂ ਨੇ ਔਖਿਆਈ ਕਦੇ ਦੇਖੀ ਨਹੀਂ।
ਜਿਹਦੇ ਕਰਕੇ ਇਹਨਾਂ ਦੇ ਲਾਰਿਆਂ ਦੇ ਮਗਰ ਲੱਗਣਾ ਤੇ ਇਹਨਾਂ ਦੀ ਗੱਲਾਂ ਵਿੱਚ ਆ ਕੇ ਤੋਂ ਪ੍ਰਭਾਵਿਤ ਹੋਣਾ ਬੜਾ ਸੌਖਾ ਹੁੰਦਾ ਹੈ। ਇੰਟਰਨੈਟ ਦਾ ਜ਼ਮਾਨਾ ਹੈਗਾ ਤੇ ਆਮ ਆਦਮੀ ਦਾ ਸਾਰਾ ਜ਼ੋਰ ਹੀ ਇੰਟਰਨੈਟ ਦੇ ਉੱਤੇ ਹੈ, ਕਿਉਂਕਿ ਜ਼ਮੀਨ 'ਚ ਤਾਂ ਕੁਝ ਕੰਮ ਹੈ ਨਹੀਂ। ਮੇਰਾ ਇਹੀ ਸਵਾਲ ਸੀ ਕਿ ਸੋਸ਼ਲ ਮੀਡੀਆ ਤੇ ਅਕਾਲੀ ਦਲ ਦੀ ਵੇਵ ਕਿਉਂ ਨਹੀਂ ਬਣ ਪਾਈ? ਸੋਸ਼ਲ ਮੀਡੀਆ ਤੇ ਜਿਹੜਾ ਪ੍ਰਚਾਰ ਹੈ ਉਹ ਜ਼ਿਆਦਾ ਆਮ ਆਦਮੀ ਪਾਰਟੀ ਦਾ। ਸਾਡਾ ਇਹ ਆਮ ਆਦਮੀ ਦਾ ਕੰਮ ਪ੍ਰਚਾਰ ਤੋਂ ਸਿਵਾ ਕੋਈ ਕੰਮ ਤੇ ਕਰਦੇ ਨਹੀਂ। ਇਹਨਾਂ ਦਾ ਫੁੱਲ ਟਾਈਮ ਕੰਮ ਹੀ ਪ੍ਰਚਾਰ ਕਰਨਾ ਹੈਗਾ ਜਾਂ ਠੱਗੀਆਂ ਮਾਰਨੀਆਂ, ਲੁੱਟਣਾ ਹੈਗਾ ਵੋਟਾਂ ਦੇ ਨਾਂ ਤੇ, ਵਿਦੇਸ਼ਾਂ 'ਚ ਜਾ ਕੇ ਦੇਸ਼ਾਂ 'ਚ ਬਹਿ ਕੇ ਕੈਂਡੀਡੇਟਸ ਨੂੰ ਵੇਚ-ਬੂਚ ਕੇ, ਜਾਂ ਨੋਟ ਕਮਾਣੇ ਨੇ, ਨੋਟ ਦੀ ਰਾਜਨੀਤੀ ਹੈਗੀ, ਜਾਂ ਫਿਰ ਇਹਨਾਂ ਦੀ ਸੋਸ਼ਲ ਮੀਡੀਆ ਦੀ ਰਾਜਨੀਤੀ ਹੈ। ਅੱਜ ਦਿੱਲੀ ਵਿੱਚ ਜਾ ਕੇ ਉੱਥੇ ਤਾਂ ਕੁਝ ਦਿਖਾਣ, ਜੇ ਇਸ਼ਤਿਹਾਰਾਂ ਦਾ ਬਜਟ 26 ਕਰੋੜ ਤੋਂ 526 ਕਰੋੜ ਕੀਤਾ, 500 ਗੁਣਾ ਕੀ 5000 ਗੁਣਾ ਜੇ ਵਧਾਤਾ ਹੈਗਾ। ਇਹਦਾ ਕਾਰਨ ਆਹੀ ਹੈ ਕਿ ਵੱਡੇ ਵੱਡੇ ਇਸ਼ਤਿਹਾਰ ਦੂਜੇ ਸੂਬਿਆਂ ਵਿੱਚ ਦੇਣੇ ਪੈ ਰਹੇ ਨੇ। ਸਾਡੇ ਕੋਲ ਇੰਨਾ ਸਮਾਂ ਨਹੀਂ ਕਿ ਅਸੀਂ ਜ਼ਮੀਨ ਤੱਕ ਕੰਮ ਕਰਨ ਤੋਂ ਹੀ ਫੁਰਸਤ ਨਹੀਂ ਹੁੰਦੀ ਕਿ ਅਸੀਂ ਸੋਸ਼ਲ ਮੀਡੀਆ 'ਚ ਜਾਈਏ। ਅਸੀਂ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੇ ਕੋਲ ਜਿਹੜੇ ਕੰਮ ਕੀਤੇ ਉਹਨਾਂ ਨੂੰ ਗਿਣਾਉਂਦੇ ਹਾਂ। ਕੈਪਟਨ ਸਾਹਿਬ ਕਹਿੰਦੇ ਨੇ ਕਿ ਇਸ ਵਾਰ ਅਕਾਲੀ ਤੀਜੇ ਨੰਬਰ ਤੇ ਰਹਿਣਗੇ, 15 ਤੋਂ 20 ਸੀਟਾਂ ਆਉਣਗੀਆਂ, ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਸਾਡੀ 2/3 ਬਹੁਮਤ ਨਾਲ ਸਰਕਾਰ ਬਣ ਜਾ ਰਹੀ ਹੈ। ਈਵਨ ਕਿ ਲੰਬੀ ਦੀ ਸੀਟ ਤੇ ਵੀ ਉਹਨਾਂ ਦਾ ਕੌਨਫੀਡੈਂਸ ਹੈ ਕਿ ਇਹ ਜਿੱਤ ਰਿਹਾ ਸੀ। ਇਹ ਤਾਂ ਕੈਪਟਨ ਸਾਹਿਬ 2012 'ਚ ਵੀ ਕਹਿੰਦੇ ਸੀ, ਉਹਨਾਂ ਦੀ ਗੱਲਾਂ ਉਹੀ ਹੈਗੀਆਂ, ਕੋਈ ਗੱਲਾਂ ਬਦਲੀਆਂ ਨਹੀਂ। 2012 ਦੀ ਚੋਣ 'ਚ ਅਖਬਾਰਾਂ ਨੇ, ਮੀਡੀਆ ਨੇ, ਕੈਪਟਨ ਸਾਹਿਬ ਨੇ ਸਾਰਿਆਂ ਨੂੰ, ਅਕਾਲੀ ਦਲ ਨੂੰ ਰਾਈਟ ਆਫ ਕਰਕੇ ਕੈਪਟਨ ਸਾਹਿਬ ਨੇ ਆਪ ਦੇ ਘਰ 'ਚ ਟੈਂਟ ਸਜਾ ਕੇ, ਢੋਲ ਵਾਲੇ ਬੁਲਾ ਕੇ, ਲੱਡੂਆਂ ਬਣਵਾ ਕੇ, ਸਾਡੀ ਉਹ ਵੀ ਮੰਤਰੀ ਕੌਣ ਕਿਹਦਾ ਬਣ ਰਿਹਾ ਹੈ, ਕੌਣ ਡੀਜੀਪੀ ਬਣ ਰਿਹਾ ਹੈ, ਕੌਣ ਚੀਫ ਸੈਕਟਰੀ, ਸਾਰੀ ਪੋਸਟਾਂ ਵੀ ਵੰਡਤੀਆਂ ਸੀਗੀਆਂ। ਲੇਕਿਨ ਅਗਲੇ ਦਿਨ ਜਦ ਰਿਜ਼ਲਟ ਨਿਕਲੇ, ਅਕਾਲੀ ਦਲ ਭਾਜਪਾ ਪਹਿਲੇ ਤੋਂ ਵੀ ਜ਼ਿਆਦੀ ਬਹੁਮਤ ਦੇ ਨਾਲ ਸਰਕਾਰ ਲੋਕਾਂ ਨੇ ਬਣਾ ਕੇ ਦਿੱਤੀ। ਤਾਂ ਮੈਂ ਅੱਜ ਵੀ ਤੁਹਾਨੂੰ ਗੱਲ ਦੱਸਦਾ, ਅੱਜ ਤੀਜੀ ਵਾਰੀ ਵੀ ਹੈਟ੍ਰਿਕ ਅਕਾਲੀ ਦਲ ਭਾਜਪਾ। ਤੁਸੀਂ ਲੱਡੂ ਵਾਲਿਆਂ ਨੂੰ ਆਰਡਰ ਦਿੱਤੇ ਹੋਏ ਨੇ? ਅਸੀਂ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਕਰਦੇ। ਆਪਾਂ ਪਰਮਾਤਮਾ ਤੋਂ ਡਰ ਕੇ ਰਹਿੰਦੇ। ਇੰਨਾ ਹੰਕਾਰ ਸਾਡੇ ਵਿੱਚ ਨਹੀਂ ਹੈਗਾ ਕਿ ਪਹਿਲੇ ਹੀ ਆਪਣਾ ਐਲਾਨ ਕਰਦੇ ਉਹ ਵੀ ਹਾਰ ਰਿਹਾ, ਉਹ ਵੀ ਹਾਰ ਰਿਹਾ। ਅੱਜ ਕੈਪਟਨ ਸਾਹਿਬ ਜਿਹੜੇ 2 ਸਾਲ ਪਹਿਲੇ ਤਾਂ ਅੰਮ੍ਰਿਤਸਰ ਦੇ ਲੋਕਾਂ ਨੇ ਪੁੱਠੇ ਸਿੱਧੇ ਵਾਅਦੇ ਕਰਕੇ, ਜਿਹੜਾ ਇੱਕ ਵਿੱਤ ਮੰਤਰੀ ਸੇਵਾਦਾਰ ਹੁੰਦਾ ਦੇਸ਼ ਦਾ, ਉਹ ਵੀ ਲੋਕਾਂ ਤੋਂ ਖੋਹ ਲਿਆ। 2.5 ਸਾਲ ਪੂਰੇ ਨਹੀਂ ਕੀਤੇ, ਨਾ ਪਾਰਲੀਮੈਂਟ ਗਿਆ, ਨਾ ਧੰਨਵਾਦ ਕਰਨ ਗਿਆ, ਨਾ 2.5 ਪੈਸੇ ਭੇਜੇ, ਚੱਕ ਕੇ ਉਹਨਾਂ ਨੂੰ ਧੋਖਾ ਦੇ ਕੇ ਪਟਿਆਲੇ ਪਹੁੰਚ ਗਿਆ। ਮੈਡਮ ਤੁਹਾਡੀ ਹੁਣ ਅਸੈਸਮੈਂਟ ਕੀ ਹੈ? ਮਾਲਵਾ ਦੇ ਵਿੱਚ 67 ਸੀਟਾਂ ਹੈ, ਮਾਲਵੇ 'ਚੋਂ ਅਕਾਲੀ ਦਲ ਨੂੰ ਕਿੰਨੀਆਂ ਸੀਟਾਂ ਆ ਰਹੀਆਂ? ਦੇਖੋ ਕਿੰਨੀਆਂ ਸੀਟਾਂ, ਕਿਉਂਕਿ ਮੈਂ ਸਾਰੀ ਸੀਟਾਂ 'ਚ ਮੈਂ ਨਹੀਂ ਗਈ ਹਾਂ, ਸੁਖਬੀਰ ਜੀ ਸਾਰਿਆਂ 'ਚ ਕੈਂਪੇਨ ਕਰਦੇ ਆ। ਲੇਕਿਨ ਮੈਂ ਤੁਹਾਨੂੰ ਇੰਨਾ ਦੱਸ ਸਕਦੀ ਹਾਂ ਕਿ ਅੱਜ ਵੀ ਸਭ ਤੋਂ ਲਾਰਜੈਸਟ ਪਾਰਟੀ ਅਕਾਲੀ ਦਲ ਤੇ ਭਾਜਪਾ ਹੋਊਗੀ। ਸਰਕਾਰ ਸਾਡੀ ਬਣੂਗੀ। ਕਿੱਥੋਂ ਕਿੰਨੀਆਂ ਆਂਦੀਆਂ ਨੇ ਇਹ ਬਾਰੀਕੀ 'ਚ ਸੁਖਬੀਰ ਜੀ ਜਿਹੜੇ ਸਾਰੇ ਹਲਕਿਆਂ 'ਚ ਫਿਰ ਕੇ ਆਏ ਨੇ ਉਹ ਦੱਸ ਸਕਦੇ ਨੇ। ਮੈਂ ਸਿਰਫ ਕੁਝ ਹਲਕਿਆਂ 'ਚ ਗਈ ਹਾਂ, ਕੁਝ ਮਾਝੇ 'ਚ ਤੇ ਕੁਝ ਮਾਲਵੇ 'ਚ, ਤੇ ਮੈਂ ਇੰਨਾ ਕਹਿ ਸਕਦੀ ਕਿ ਜਿਹੜੇ ਹਲਕਿਆਂ 'ਚ ਮੈਂ ਫਿਰ ਕੇ ਆਈ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ, ਲੋਕਾਂ ਨੇ ਆਪਣਾ ਮਨ ਬਣਾ ਲਿਆ ਹੈਗਾ। ਉਹ ਹੁਣ ਗੱਲਾਂ ਵਿੱਚ ਨਹੀਂ, ਉਹ ਅਮਨ ਸ਼ਾਂਤੀ ਚਾਹੁੰਦੇ ਨੇ। ਭਾਈਚਾਰਕ ਸਾਂਝ ਦੇ ਨਾਲ ਜਿਹੜੀ ਸਹੂਲਤਾਂ ਮਿਲਦੀਆਂ ਨੇ ਇਹ ਮਿਲਦੀਆਂ ਰਹਿਣ, ਤੇ ਤਰੱਕੀ ਤੇ ਵਿਕਾਸ ਵਾਲੀ ਉਹੋ ਜੀ ਸਰਕਾਰ ਹੈ ਜਿੱਥੇ ਕੇਂਦਰ ਤੋਂ ਵੀ ਆਪਾਂ ਨੂੰ ਮਿਲੇ। ਇਹੋ ਜਿਹਾ ਸੂਬਾ ਹੈਗਾ, ਹਰ ਚੀਜ਼ 'ਚ ਸਾਨੂੰ ਕੇਂਦਰ ਦੀ ਲੋੜ ਪੈਂਦੀ ਹੈ। ਅੱਜ ਫਸਲਾਂ ਚੱਕਣੀਆਂ ਤੇ ਕੇਂਦਰ ਨੇ ਖਰੀਦਣਾ ਹੈਗਾ। ਜੇ ਮਾੜਾ ਜਿਹਾ ਮੀਂਹ ਪੈ ਗਿਆ, 19-21 ਹੋ ਗਈ, ਤੇ ਨੋਰਮਸ ਕੇਂਦਰ ਨੇ ਚੇਂਜ ਕਰਨੇ ਹੁੰਦੇ ਨੇ। ਜਿਹੜੇ ਸੂਬੇ ਦੀ ਗ੍ਰਾਂਟਾਂ ਉਹ ਵੀ ਕੇਂਦਰ ਤੋਂ ਆਉਂਦੀਆਂ ਨੇ। ਜੇ ਹਰ ਪੱਖੋਂ ਸਾਨੂੰ ਕੇਂਦਰ ਦੀ ਲੋੜ ਪੈਂਦੀ ਹੈ, ਸਾਡੇ ਕੋਲ ਕਿੰਨੇ ਲੰਬੇ ਚਿਰ ਬਾਅਦ ਸਮਾਂ ਆਇਆ ਕਿ ਉਸ ਕੇਂਦਰ ਦੇ ਖਜ਼ਾਨੇ ਵਿੱਚੋਂ ਸਾਡੀ ਉਮੀਦਾਂ ਵੀ ਪੂਰੀਆਂ ਹੋਣ, ਬਣਦਾ ਹੱਕ ਵੀ ਸਾਨੂੰ ਮਿਲੇ, ਤੇ ਸਾਡੀ ਤਰੱਕੀ ਤੇ ਵਿਕਾਸ ਵਧੇ। ਕੈਪਟਨ ਸਾਹਿਬ ਕਹਿੰਦੇ ਨੇ ਕਿ ਮੈਂ ਲੋਕਾਂ 'ਚ ਗਿਆ, ਲੋਕਾਂ 'ਚ ਇਸ ਗੱਲ ਦਾ ਗੁੱਸਾ ਬਹੁਤ ਹੈ, ਬਰਗਾੜੀ ਕਾਂਡ ਹੋਇਆ, ਲੋਕਾਂ ਦੇ ਨਜਾਇਜ਼ ਪਰਚੇ ਹੋਏ, ਔਰ ਜਿਹੜੀ ਅਕਾਲੀ ਦਲ ਦੀ ਹਲਕਾ ਇੰਚਾਰਜਾਂ ਦੀ ਪਾਲਿਸੀ ਹੈ, ਜਿਹੜੇ ਹਲਕਾ ਇੰਚਾਰਜ ਬਣੇ ਸੀਐਮ ਸਾਹਿਬ ਦੇ ਏਰੀਏ 'ਚ, ਡਿਪਟੀ ਸੀਐਮ ਸਾਹਿਬ ਦੇ ਏਰੀਏ 'ਚ, ਉਹਨਾਂ ਨੇ ਡੈਮੇਜ ਕੀਤਾ ਵੋਟ ਬੈਂਕ ਕਾਫੀ। ਤੁਸੀਂ ਮੰਨਦੇ ਹੋ, ਇਸ ਗੱਲ ਨਾਲ ਸਹਿਮਤ ਹੋ ਕਿ ਹਲਕਾ ਇੰਚਾਰਜਾਂ ਦੀ ਪਾਲਿਸੀ ਤੋਂ ਲੋਕ ਤੰਗ ਨੇ? ਮੈਂ ਨਹੀਂ ਸਮਝਦੀ ਇਹੋ ਜੀ ਕੋਈ ਗੱਲ ਹੈਗੀ, ਕਿਉਂਕਿ ਕਈ ਹਲਕਾ ਇੰਚਾਰਜਸ ਨੇ ਕੰਮ ਵੀ ਬਹੁਤ ਵਧੀਆ ਕੀਤਾ, ਜਿਸ ਕਰਕੇ ਉਹ ਮੁੜ ਕੇ ਜਿੱਤ ਕੇ ਆਉਂਦੇ ਨੇ। ਇੱਕ ਵਾਰੀ ਹਾਰਨ ਤੋਂ ਬਾਅਦ ਲੋਕੀ ਉਹਨਾਂ ਨੂੰ ਹੀ ਜਿਤਾਉਂਦੇ ਨੇ, ਕਿਉਂਕਿ ਹਾਰਨ ਤੋਂ ਬਾਅਦ ਵੀ ਉਸ ਤੋਂ ਵੱਧ ਵਿਕਾਸ। ਅੱਜ ਜਿਹੜੇ ਹਲਕਾ ਇੰਚਾਰਜਸ ਨੇ, ਹਾਰਨ ਤੋਂ ਬਾਅਦ ਵੀ ਉੱਥੇ ਦੇ ਲੋਕਾਂ ਨੂੰ ਜਿੱਤਿਆਂ ਦੇ ਬਰਾਬਰ ਦੇ ਆਟੇ ਦਾਲ ਦੇ ਕਾਰਡ ਬਣੇ ਨੇ, ਬਰਾਬਰ ਦੇ ਉਹਨਾਂ ਦੇ ਬਜ਼ੁਰਗਾਂ ਦੀ ਪੈਨਸ਼ਨ ਤੇ ਸ਼ਗਨ ਦੇ ਚੈੱਕ ਵੀ ਮਿਲ ਰਹੇ ਨੇ, ਬਰਾਬਰ ਦੇ ਉਹਨਾਂ ਦੇ ਉਹ ਭਗਤ ਪੂਰਨ ਸਿੰਘ ਦੇ ਕਾਰਡ ਬਣ ਰਹੇ ਨੇ, ਬਰਾਬਰ ਦੇ ਉਹਨਾਂ ਨੂੰ ਵੀ ਗੈਸ ਸਿਲੰਡਰ ਦਾ ਸਾਰਾ ਕੁਝ, ਜਿਹੜੀ ਸਹੂਲਤਾਂ ਹੈਗੀਆਂ। ਭਾਵੇਂ ਉਸ ਹਲਕੇ ਦਾ ਆਪਣਾ ਅਕਾਲੀ ਦਲ ਦਾ ਲੀਡਰ ਹਾਰਿਆ ਵੀ ਹੋਏ, ਲੇਕਿਨ ਇੰਨੀ ਪਾਵਰ ਸਰਕਾਰ ਨੇ ਦਿੱਤੀ ਹੈ ਕਿ ਤੁਹਾਡੇ ਵਿਕਾਸ ਦੇ ਕੰਮਾਂ 'ਚ ਤੇ ਤੁਹਾਡੇ ਲੋਕਾਂ ਦੀ ਸਹੂਲਤਾਂ ਵਿੱਚ ਕੋਈ ਘਾਟ ਕਮੀ ਇੰਨੀ ਕੀ ਨਾ ਰਹੇ, ਬਰਾਬਰੀ ਦੇ ਨਾਲ ਸਾਰੇ ਪੰਜਾਬ ਦੀ ਤਰੱਕੀ ਹੋਏ। ਕਾਂਗਰਸ ਦੀ ਤਾਂ ਪਾਲਿਸੀ, ਰਾਜਾ ਸਾਹਿਬ ਆਪਣੇ ਮੰਤਰੀਆਂ ਨੂੰ ਵੀ ਨਹੀਂ ਮਿਲਦੇ ਸੀ, 5 ਸਾਲ ਮੁੜ ਕੇ ਲੋਕਾਂ ਦੇ ਵਿੱਚ ਨਹੀਂ ਗਏ, ਮਹਿਲ ਦੇ ਵਿੱਚ ਕੋਈ ਬੰਦਾ ਵੜ ਨਹੀਂ ਸਕਿਆ। ਇਹ ਤਾਂ ਇਕੱਲੇ ਉਹ ਫਸਲੀ ਬਟੇਰਾਂ ਦੀ ਤਰ੍ਹਾਂ ਹੈਗਾ, ਬਰਸਾਤੀ ਮੇਂਢਕ ਦੀ ਤਰ੍ਹਾਂ ਢੜੂਆ ਦੇ ਨਾਲ ਨਿਕਲ ਕੇ ਆ ਜਾਓ ਜਦ ਵੋਟਾਂ ਆਉਂਦੀਆਂ ਨੇ, ਜਦ ਲਾਰੇ ਲੱਪੇ ਲਾਓ, ਸਰਕਾਰ ਬਣ ਗਈ ਤਾਂ
ਆਪਣੇ ਮਹਿਲਾ ਦੇ ਵਿੱਚ ਵੜ ਜਾਓ ਤੇ ਰੱਜ ਕੇ 5 ਸਾਲ ਐਸ਼ੋ ਆਰਾਮ ਕਰੋ। ਇਹ ਤਾਂ ਐਸ਼ਪ੍ਰਸਤ ਬੰਦੇ ਹੁੰਦੇ ਨੇ। ਨਾ ਕਾਂਗਰਸ ਦਾ ਕੋਈ ਵਰਕਰ ਨਿਕਲ ਕੇ ਆਏ। ਜਦ ਲੀਡਰ ਹੀ ਨਹੀਂ ਨਿਕਲ ਕੇ ਆਊਗਾ ਤੇ ਵਰਕਰ ਤੇ ਐਮਐਲਏ ਨੇ ਕੀ ਨਿਕਲ ਕੇ ਆਣਾ ਹੈ? ਤੁਹਾਡੀ ਪਾਰਟੀ ਦੇ 2 ਲੀਡਰ ਅਜਿਹੇ ਨੇ ਜਿਹੜੇ ਬੈਠੇ ਤੁਹਾਡੀ ਪਾਰਟੀ 'ਚ ਨੇ ਪਰ ਪ੍ਰਚਾਰ ਤੁਹਾਡੇ ਉਲਟ ਕਰ ਰਹੇ ਨੇ। ਸੁਖਦਰਸ਼ਨ ਸਿੰਘ ਬਰਾੜ ਮੁਕਤਸਰ ਤੋਂ ਔਰ ਸ਼ੇਰ ਸਿੰਘ ਘੁਬਾਇਆ। ਅਕਾਲੀ ਦਲ ਐਕਸਪੈਲ ਕਿਉਂ ਨਹੀਂ ਕਰਦਾ? ਇਹ ਤਾਂ ਮੇਰਾ ਖਿਆਲ ਪਾਰਟੀ ਦਾ ਫੈਸਲਾ ਹੋਊਗਾ ਜਦੋਂ ਵੀ ਪਾਰਟੀ ਲੈ। ਤਾਂ ਮੈਨੂੰ ਨਹੀਂ ਲੱਗਦਾ ਕਿ ਬਾਲੀ ਦੇਰ ਪਾਰਟੀ ਜਿਹੜੇ ਇਹਨਾਂ ਦੇ ਸਟੈਪ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਕਦਮ ਚੁੱਕਿਆ ਸੁਖਦਰਸ਼ਨ ਸਿੰਘ ਬਰਾੜ ਔਰ ਸ਼ੇਰ ਸਿੰਘ ਘੁਬਾਇਆ ਨੇ? ਮਾੜੀ ਗੱਲ ਹੈ। ਹੁਣ ਮਰਾੜ ਸਾਹਿਬ ਦੀ ਤਾਂ ਇਹ ਪੁਰਾਣੀ ਆਦਤ ਹੈ। ਮੈਂ ਤਾਂ ਮੁਕਤਸਰ ਮੈਂ ਗਈ ਸੀ ਮੇਰਾ ਖਿਆਲ 15 ਸਾਲ ਪਹਿਲੇ ਸੁਖਬੀਰ ਜੀ ਦੀ ਵੋਟਾਂ ਵਾਂ ਤਾਂ ਵੀ ਉਹਨਾਂ ਦੀ ਇਹੀ ਆਦਤ ਸੀਗੀ। ਜਿਹੜੀ ਵੀ ਵੋਟਾਂ ਦੇ ਸਮੇਂ ਆਉਂਦੇ ਨੇ ਇਹ ਹਮੇਸ਼ਾ ਪਾਰਟੀ ਦਾ ਨੁਕਸਾਨ ਕਰਦੇ ਨੇ। ਵੋਟਾਂ ਤੋਂ ਬਾਅਦ ਫਿਰ ਲਾਹ ਲੈਣ ਵਾਸਤੇ ਪਤਾ ਨਹੀਂ ਕਦੇ ਇੱਕ ਲੀਡਰ ਨੂੰ ਦੂਜੇ ਲੀਡਰ ਨੂੰ ਉਹਦਾ ਨਾਲ ਕੀ ਸਮਝੌਤਾ ਕਰ ਕਰਕੇ ਹਾਂ ਬਿਲਕੁਲ ਫਿਰ ਕਿਸੇ ਲੀਡਰ ਨੂੰ ਫੜ ਕੇ ਫਿਰ ਦਾ ਇਹਨਾਂ ਦਾ ਆਪਣਾ ਲੱਗ ਜਾਂਦਾ ਹੈ। ਤੇ ਜਿਹੜਾ ਬੰਦਾ ਐਸਜੀਪੀਸੀ ਦੀ ਪੋਸਟ ਦਿੱਤੀ ਹੈ ਤੁਹਾਨੂੰ ਇਹਨਾਂ 10 ਸਾਲ ਤੁਸੀਂ ਪੂਰਾ ਸਰਕਾਰ ਦਾ ਹਰ ਪੱਖੋਂ ਲਾਹ ਲਿੱਤਾ ਹੈ ਤੇ ਜਦ ਮੌਕਾ ਹੈ ਤਾਂ ਤੁਸੀਂ ਉਸ ਸਰਕਾਰ ਨੂੰ ਹੀ ਧੋਖਾ ਦਿਓ। ਮਾੜੀ ਗੱਲ ਹੈ। ਤੇ ਇਹ ਸਭ ਐਮਪੀ ਜਿਹੜੇ ਹੈਗੇ ਨੇ ਇਹ ਵੀ ਮਾੜੀ ਗੱਲ ਹੈ ਜਿਹਨੂੰ ਪਾਰਟੀ ਨੇ 2 ਵਾਰੀ ਮੈਂਬਰ ਆਫ ਪਾਰਲੀਮੈਂਟ ਬਣਾਇਆ ਹੈਗਾ। ਹੁਣ ਤੁਸੀਂ ਇਸ ਸੋਚ ਦੇ ਨਾਲ ਕਿ ਮੇਰੇ ਹੀ ਪਰਿਵਾਰ ਨੂੰ ਸਾਰਾ ਕੁਝ ਮਿਲਦਾ ਜਾਏ ਤੇ ਜੇ ਕਿਸੇ ਹੋਰ ਦੇ ਬਾਰੇ ਆਪਾਂ ਕਹੀਏ ਗੱਲ ਤੇ ਉਹਨਾਂ ਕਿ ਨਹੀਂ ਮੇਰੇ ਪਰਿਵਾਰ ਨੂੰ ਮੈਂ ਇਹਦੇ ਨਾਲ ਤੁਸੀਂ ਰੁੱਸ ਜਾਓ। 2-4 ਨਿੱਜੀ ਸਵਾਲ। ਸਿਆਸਤ 'ਚ ਤੁਸੀਂ ਆਏ, ਪਿਛਲੇ ਦਿਨ ਤੁਹਾਡਾ ਇੱਕ ਵੀਡੀਓ ਵੀ ਵਾਇਰਲ ਹੋਇਆ। ਤੁਸੀਂ ਕਿਹਾ ਕਿ ਸਿਆਸਤ 'ਚ ਆ ਕੇ ਪਰਿਵਾਰ ਤੋਂ ਦੂਰੀਆਂ ਪੈਦਾ ਹੋਈਆਂ, ਸਮਾਂ ਨਹੀਂ ਮਿਲਿਆ ਤੁਹਾਡਾ ਬੱਚਿਆਂ ਨੂੰ, ਬੱਚੇ ਕਦੋਂ ਵੱਡੇ ਹੋ ਗਏ। ਕਦੀ ਬੱਚਿਆਂ ਨੇ ਇਸ ਗੱਲ ਦਾ ਸ਼ਿਕਵਾ ਕੀਤਾ ਕਿ ਸਾਡੇ ਲਈ ਸਮਾਂ ਹੀ ਨਹੀਂ ਕੱਢਦੇ ਤੁਸੀਂ? ਹਾਂ ਸਾਰਾ ਟਾਈਮ ਕਰਦੇ ਨੇ ਬਹੁਤ ਵਾਰੀ। ਜਿਵੇਂ ਮੈਂ ਦੱਸਿਆ ਕਿ ਬੱਚੇ ਛੋਟੇ ਹੁੰਦੇ ਸੀ। ਬੇਟਾ 4 ਸਾਲ ਦਾ ਹੁੰਦਾ ਸੀ, ਪਤਾ ਨਹੀਂ ਕਦ ਗੱਭਰੂ ਬਣ ਗਿਆ। ਬੇਟੀਆਂ ਨੇ ਸਕੂਲ ਖਤਮ ਕਰਕੇ ਕਾਲਜ ਵੀ ਖਤਮ ਕਰਕੇ ਪੋਸਟ ਗ੍ਰੈਜੂਏਸ਼ਨ 'ਚ ਬਾਹਰ ਵੀ ਚਲੇ ਵਿਆਹ ਦਾ ਟਾਈਮ ਹੋ ਗਿਆ ਹੈਗਾ ਤੇ ਕਦੋਂ ਜਵਾਨ ਹੋ ਗਈਆਂ ਕਦੋਂ ਇਹੋ ਜਿਹਾ ਤਾਂ ਪਤਾ ਹੀ ਨਹੀਂ ਲੱਗਾ। ਸਮਾਂ ਹੀ ਕਿਤੇ ਲੰਘ ਗਿਆ ਕਿਉਂਕਿ ਸਾਡੇ ਕੋਲ ਬਾਦਲ ਸਾਹਿਬ ਵਰਗੇ ਰੋਲ ਮਾਡਲ ਨੇ ਜਿਨ੍ਹਾਂ ਨੇ 90 ਸਾਲ ਦੀ ਉਮਰ 'ਚ ਜਿੱਥੇ ਬਜ਼ੁਰਗਾਂ ਨੂੰ ਆਪਾਂ ਸਰਦੀ ਦੇ ਮੌਸਮ 'ਚ ਬਾਹਰ ਨਹੀਂ ਕੱਢਦੇ ਉਹ ਬਰਾਬਰੀ ਸੁਖਬੀਰ ਜੀ ਦੇ ਬਰਾਬਰ ਦੇ ਪ੍ਰੋਗਰਾਮ ਉਹ ਕਰਦੇ ਨੇ। ਸੋ ਜਦ ਘਰ ਦਾ ਮੁਖੀ ਮਿਹਨਤੀ ਹੁੰਦਾ ਹੈ ਫਿਰ ਬੱਚੇ 19 ਕੀ ਵੀ ਨਹੀਂ ਕਰ ਸਕਦੇ, ਉਸ ਤੋਂ ਵੱਧ ਮਿਹਨਤ ਕਰਨੀ ਪੈਂਦੀ ਹੈ ਜਿਹਦੇ ਕਰਕੇ ਅਕਸਰ ਸਾਡੇ ਘਰ ਤੇ ਆਮ ਹੁੰਦੀ ਹੈ ਕਿ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਪੰਜਾਬ ਦੇ ਕਿਹੜੇ ਕੋਨੇ 'ਚ ਦੂਜਾ ਬੰਦਾ। ਸ਼ਾਮ ਨੂੰ ਪਤਾ ਲੱਗਦਾ ਸੀ ਕਿ ਕੌਣ ਕਿੱਥੇ ਸੀ। ਲਾਸਟ ਟਾਈਮ ਫੈਮਿਲੀ ਇਕੱਠੀ ਕਦੋਂ ਹੋਈ ਸੀ? ਮੇਰਾ ਖਿਆਲ ਕੱਲ ਰਾਤ ਨੂੰ ਹੋਗੀ ਕਿਉਂਕਿ ਲੰਬੀ 'ਚ ਰੈਲੀ ਹੈ। ਸੋ ਅੱਜ ਰਾਤ ਨੂੰ ਜਾਂ ਕੱਲ ਰਾਤ ਨੂੰ ਹੋਗੀ। ਲਾਸਟ ਟਾਈਮ ਕਦੋਂ ਸੀ? ਪ੍ਰਾਈਮ ਮਿਨਿਸਟਰ ਦੀ ਰੈਲੀ ਸੀ ਤਾਂ ਕਰਕੇ ਆਪਾਂ ਇਕੱਠੇ ਹੋਏ। ਤੁਹਾਡਾ ਸਿਆਸਤ 'ਚ ਆਉਣਾ ਤੁਹਾਡਾ ਨਿੱਜੀ ਫੈਸਲਾ ਸੀ ਜਾਂ ਫਿਰ ਮਜਬੂਰੀ ਰਹੀ? ਨਹੀਂ ਇਹਦਾ ਸਿਰਾ ਵੀ ਕੈਪਟਨ ਸਾਹਿਬ ਨੂੰ ਹੀ ਜਾਂਦਾ ਹੈ। ਸਾਡਾ ਤਾਂ ਕਦੇ ਰਾਜਨੀਤੀ ਦੇ ਨਾਲ ਮੇਰਾ ਆਉਣ ਦਾ ਕੋਈ ਨੇੜੇ ਤੇੜੇ ਦਾ ਤਾਲ। ਹਾਲਾਂਕਿ ਮੇਰਾ ਪਰਿਵਾਰ ਰਾਜਨੀਤੀ ਤੇ ਮੇਰੇ ਪਰਦਾਦਾ ਜੀ ਦੇ ਟਾਈਮ ਤੋਂ ਰਾਜਾ ਸੂਰਤ ਸਿੰਘ ਦੇ ਟਾਈਮ ਤੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਫੈਮਿਲੀ ਦੇ ਨਾਲ ਰਿਲੇਟਡ ਰਹੇ ਨੇ। ਮੇਰੇ ਪਰਦਾਦਾ ਜੀ ਸਰ ਸੁੰਦਰ ਸਿੰਘ ਮਜੀਠੀਆ ਉਸ ਟਾਈਮ ਅਗਵਾਈ ਕਰਦੇ ਸੀ ਜਦ ਪੰਜਾਬ ਲਾਹੌਰ ਤੋਂ ਲੈ ਕੇ ਦਿੱਲੀ ਤਾਈਂ ਸੀਗਾ, ਰੈਵਨਿਊ ਮਿਨਿਸਟਰ ਸੀਗੇ। ਮੇਰੇ ਦਾਦਾ ਜੀ ਡਿਪਟੀ ਡਿਫੈਂਸ ਮਿਨਿਸਟਰ ਸੀਗੇ। ਸੋ ਪਰਿਵਾਰ ਇਹਦੇ ਵਿੱਚ ਰਿਹਾ। ਲੇਕਿਨ ਮੇਰੇ ਪਿਤਾ ਜੀ ਨੇ ਦੇਖਿਆ ਕਿ ਸਿਆਸਤ ਵਿੱਚ ਕੋਈ ਫੈਮਿਲੀ ਲਾਈਫ ਨਹੀਂ ਹੁੰਦੀ, ਪਰਿਵਾਰ ਲਈ ਬਿਲਕੁਲ ਸਮਾਂ ਨਹੀਂ ਹੁੰਦਾ ਤੇ ਐਜ਼ ਹੀ ਟੁੱਕ ਇਟ ਐਜ਼ ਅ ਡਿਸੀਜਨ ਕਿ ਅਸੀਂ ਨਹੀਂ ਜਾਵਾਂਗੇ ਇਸ ਕੰਮ 'ਚ। ਸੋ ਉਹਦੇ ਬਾਅਦ ਸਾਡਾ ਪੋਲਿਟਿਕਸ ਦੇ ਨਾਲ ਬਿਲਕੁਲ ਸੰਬੰਧ ਕੁਝ ਨਹੀਂ ਸੀ ਜਦੋਂ ਤਾਈਂ ਮੇਰਾ ਵਿਆਹ ਹੋਇਆ। ਤੇ ਬਾਦਲ ਫੈਮਿਲੀ 'ਚ ਵੀ ਆਪਾਂ ਦੇਖਿਆ ਕਿ ਲੇਡੀਜ਼ ਕਦੇ ਪੋਲਿਟਿਕਸ 'ਚ ਨਹੀਂ ਆਈਆਂ ਨੇ। ਸੋ ਮੈਂ ਵੀ ਕਦੇ ਨਹੀਂ ਆਣਾ ਸੀ। ਲੇਕਿਨ ਕੈਪਟਨ ਸਾਹਿਬ ਨੇ 2009 'ਚ ਐਲਾਨ ਕਰਤਾ ਕਿ ਮੇਰਾ ਮੁੰਡਾ ਬਠਿੰਡੇ ਤੋਂ ਲੜੂਗਾ, ਇਹ ਬਾਦਲਾਂ ਨੂੰ ਆਪਣੇ ਘਰੋਂ ਵੀ ਆਪਾਂ ਕੱਢ ਦਾਂਗੇ। ਸੋ ਜਦ ਇਹੋ ਜਿਹਾ ਇਹਨਾਂ ਨੇ ਐਲਾਨ ਕਰਤਾ ਫਿਰ ਪਾਰਟੀ ਦਾ ਸੀਗਾ ਕਿ ਉਹਨਾਂ ਨੇ ਪਰਿਵਾਰਿਕ ਮੈਂਬਰ ਦਿੱਤਾ ਤੇ ਸਾਨੂੰ ਵੀ ਸਾਡੀ ਵਰਕਰਸ ਦਾ ਸਾਨੂੰ ਵੀ ਪਰਿਵਾਰਿਕ ਮੈਂਬਰ ਚਾਹੀਦਾ ਹੈ। ਸੋ ਸੁਖਬੀਰ ਜੀ ਆਲਰੇਡੀ ਐਮਐਲਏ ਸੀਗੇ, ਬਾਦਲ ਸਾਹਿਬ ਐਮਐਲਏ ਸੀਗੇ। ਮੇਰੇ ਬਦਰੇ-in-law ਦੀ ਹੈਲਥ ਚੰਗੀ ਨਹੀਂ ਸੀ। ਸੋ ਮੈਨੂੰ ਤਾਂ ਪਤਾ ਹੀ ਵੀ ਨਹੀਂ ਲੱਗਾ। ਮੈਂ ਤਾਂ ਗੁਰਦੁਆਰੇ 'ਚ ਬੈਠੇ ਝੂਠੇ ਬਰਤਨ ਮਾਂਜ ਰਹੀ ਸੀ ਜਦ ਮੈਨੂੰ ਆ ਕੇ ਦੱਸਿਆ ਕਿ ਤੁਹਾਡੀ ਟਿਕਟ ਬਾਦਲ ਸਾਹਿਬ ਨੇ ਐਲਾਨ ਕਰਤੀ ਹੈ। ਹੁਣ ਪਤੰਗ ਵਾਲੇ ਮਨਪ੍ਰੀਤ ਬਠਿੰਡੇ ਤੋਂ ਇਲੈਕਸ਼ਨ ਲੜ ਰਹੇ ਨੇ, ਅੱਜ ਕੱਲ ਕਾਂਗਰਸ 'ਚ ਆ ਗਏ ਨੇ। ਉਹ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਵਿਕਾਸ ਦੀ ਪਰਿਭਾਸ਼ਾ ਨਹੀਂ ਪਤਾ ਤਾਂ ਵਿਕਾਸ ਨਹੀਂ ਹੋਇਆ ਇਸ ਕਰਕੇ ਕਾਂਗਰਸ ਪਾਰਟੀ ਆਵੇਗੀ ਤੇ ਉਹ ਵਿਕਾਸ ਕਰੇਗੀ। ਬਿਲਕੁਲ ਸਹੀ ਪਾਰਟੀ 'ਚ ਮਨਪ੍ਰੀਤ ਜੀ ਪਹੁੰਚ ਗਏ ਨੇ ਕਿਉਂਕਿ ਕੈਪਟਨ ਸਾਹਿਬ ਤੇ ਮਨਪ੍ਰੀਤ ਜੀ ਦਾ ਇੱਕੋ ਹੀ ਸੀਗਾ, ਪੰਜਾਬ ਕਰਜ਼ਾਈ ਹੈ। ਕਰਜ਼ਾਈ ਹੋ ਗਿਆ, ਖਜ਼ਾਨਾ ਖਾਲੀ ਹੋ ਗਿਆ, ਜਿਹਦੇ ਕਰਕੇ ਖਜ਼ਾਨੇ ਨੂੰ ਭਰੋ, ਜਿਹਦੇ ਕਰਕੇ ਸਾਰੀ ਸਹੂਲਤਾਂ ਪੈਨਸ਼ਨ ਸ਼ਗਨ ਰੱਦ ਕਰੋ, ਮੋਟਰਾਂ ਦੇ ਬਿੱਲ ਲਾ ਦਿਓ, ਵਿਕਾਸ ਦੇ ਕੰਮ ਠੱਪ ਕਰ ਦਿਓ ਤੇ ਖਜ਼ਾਨੇ ਨੂੰ ਭਰੋ। ਇਹਨਾਂ ਦੇ ਵਾਸਤੇ ਪੰਜਾਬ ਦੀ ਤਰੱਕੀ ਹੁੰਦੀ ਕਿ ਖਜ਼ਾਨਾ ਭਰਿਆ ਹੁੰਦਾ ਤੇ ਲੋਕੀ ਗਰੀਬ ਹੋਏ ਹੁੰਦੇ ਨੇ। ਸਾਡੀ ਸਿਆਸਤ ਹੈਗੀ ਕਿ ਲੋਕਾਂ ਦੀ ਤਕਲੀਫਾਂ ਘਟਣ, ਉਹਨਾਂ ਦੇ ਸਹੂਲਤਾਂ ਵਧਣ
ਤੇ ਖਜ਼ਾਨੇ ਵਿੱਚ ਜਿੰਨੀ ਮਿਹਨਤ ਕਰਕੇ ਤੁਸੀਂ ਪਾ ਸਕਦੇ ਹੋ ਬਹੁਤ ਵਧੀਆ, ਲੇਕਿਨ ਲੋਕਾਂ ਦੀ ਤਕਲੀਫਾਂ ਉਹਨਾਂ ਦੇ ਖਜ਼ਾਨੇ ਭਰੇ ਹੋਣ। ਸੋ ਅਸੀਂ ਖਜ਼ਾਨੇ ਨੂੰ ਲੋਕਾਂ ਦੇ ਭਰਨਾ ਚਾਹੁੰਦੇ ਨੇ, ਇਹ ਲੋਕਾਂ ਦਾ ਖਜ਼ਾਨਾ ਖਾਲੀ ਕਰਕੇ ਸੂਬੇ ਦਾ ਖਜ਼ਾਨਾ ਭਰਨਾ ਚਾਹੁੰਦੇ। ਤੇ ਆਨਸਾਰ ਸਭ ਤੋਂ ਪਹਿਲੀ ਚੀਜ਼ ਅੱਜ ਵੀ ਜਿਵੇਂ ਕੈਪਟਨ ਸਾਹਿਬ ਕਹਿ ਰਹੇ ਨੇ ਤੇ ਮਨਪ੍ਰੀਤ ਕਹਿੰਦੇ ਨੇ ਸੂਬਾ ਕਰਜ਼ਾਈ ਹੈ, ਸੂਬਾ ਕਰਜ਼ਾਈ ਹੈ। ਆਨਸਾਰ ਇਹਨਾਂ ਦੇ ਮੋਟਰਾਂ ਦੇ ਬਿੱਲ ਲਾਣੇ ਨੇ, ਆਟਾ ਦਾਲ ਅਗਲੇ ਮਹੀਨੇ ਤੋਂ ਇਹਨਾਂ ਨੇ ਬੰਦ ਕਰ ਦੇਣਾ, ਪੈਨਸ਼ਨ ਸ਼ਗਨ ਰੱਦ ਕਰ ਦੇਣੀ ਹੈ, ਤੇ ਫਿਰ ਅਸੀਂ ਖਜ਼ਾਨੇ ਨੂੰ ਭਰਤਾ। ਖਜ਼ਾਨੇ ਇਹ ਇਹਨਾਂ ਵਾਸਤੇ ਆ ਤਰੱਕੀ ਹੈ, ਸਾਡੇ ਵਾਸਤੇ ਲੋਕਾਂ ਦੀ ਤਰੱਕੀ ਉਹ ਜ਼ਿਆਦਾ ਜ਼ਰੂਰੀ ਹੈ, ਨਾ ਕਿ ਖਜ਼ਾਨੇ ਦੀ ਤਰੱਕੀ ਹੋਏ। ਤੁਹਾਡੀ ਫਾਈਨਲ ਅਸੈਸਮੈਂਟ ਕੀ ਹੈ ਮੈਡਮ? ਹੁਣ ਪੰਜਾਬ ਪੱਧਰ ਤੇ ਸੀਟਾਂ ਦੀ ਗੱਲ, ਤੁਹਾਡੀ ਸੁਖਬੀਰ ਜੀ ਨਾਲ ਗੱਲਬਾਤ ਤਾਂ ਹੁੰਦੀ ਰਹਿੰਦੀ ਹੋਵੇਗੀ, ਫਾਈਨਲੀ ਅਸੈਸਮੈਂਟ ਕੀ ਹੈ? ਸਾਡੀ ਗੱਲਬਾਤ ਹੁੰਦੀ ਹੈ ਇਹ ਪੁੱਛਣ ਵਾਸਤੇ ਕਿ ਕੱਲ ਰਾਤ ਨੂੰ ਕਿੱਥੇ ਹੋ ਤੇ ਅੱਜ ਕਿੱਥੇ ਨੇ, ਤੇ ਕਿਹੜਾ ਕੋਈ ਕੰਮ ਕਿੱਥੇ ਕਿਸੇ ਨੂੰ ਕਰਨਾ ਹੈ। ਕਹਿਣਾ ਸੀਟਾਂ ਦੀ ਗੱਲ ਤਾਂ ਨਹੀਂ, ਪਰ ਇਹ ਜ਼ਰੂਰ ਕਿ ਪੀਐਮ ਦੀ ਰੈਲੀ 'ਚ ਸਾਰੇ ਇਕੱਠੇ ਸੀ ਤੇ ਸੁਖਬੀਰ ਜੀ ਬਾਦਲ ਸਾਹਿਬ ਨੂੰ ਕਹਿ ਰਹੇ ਸੀ ਕਿ ਤੁਹਾਡਾ ਕੀ ਤਜਰਬਾ ਹੈ? ਮੈਂ ਜਿਹੜਾ ਦੇਖ ਰਿਹਾ ਜਿਹੜੇ ਹਲਕਿਆਂ 'ਚ ਮੈਂ ਜਾ ਰਿਹਾ, ਇੰਨੇ ਵੱਡੇ ਇਕੱਠ ਤੇ ਇੰਨਾ ਜੋਸ਼ ਆਪਣੇ ਵਰਕਰ ਦੇ ਵਿੱਚ ਹੈਗਾ ਕਿ ਜਾਂ ਤਾਂ ਮੈਨੂੰ ਲੱਗਦਾ ਹੈ 90 ਸੀਟਾਂ ਟੱਪ ਜਾਾਂਗੇ, ਕਿ ਇਹ ਮੈਂ ਹੀ ਸੋਚਿਆ ਕਿ ਤੁਸੀਂ ਵੀ ਸੋਚ ਰਹੇ ਹੋ। ਤੇ ਬਾਦਲ ਸਾਹਿਬ ਦੇ ਵੀ ਜਵਾਬ ਆਏ ਸੀ ਕਿ ਕਾਕਾ ਇਕੱਠ ਵੀ ਬਹੁਤ ਹੈ ਤੇ ਜੋਸ਼ ਵੀ ਬਹੁਤ ਹੈ, ਹੁਣ ਦੇਖੀਏ ਰਿਜ਼ਲਟ ਕੀ ਨਿਕਲਦਾ ਹੈ। ਹਰਸਿਮਰਤ ਕੌਰ ਬਾਦਲ ਜੇ ਪੋਲੀਟੀਸ਼ੀਅਨ ਨਾ ਹੁੰਦੇ ਤਾਂ ਸੁਪਨਾ ਕੀ ਸੀ ਤੁਹਾਡਾ? ਮੈਂ ਪੋਲਿਟਿਕਸ 'ਚ ਆਉਣ ਤੋਂ ਪਹਿਲਾਂ ਨੰਨੀ ਛਾਂ ਦੀ ਮੁਹਿੰਮ ਕੀਤੀ ਸੀ। ਮੇਰਾ ਨਿਸ਼ਾਨਾ ਸੀ ਕਿ ਅੱਜ ਸਮਾਜ ਵਿੱਚ ਔਰਤਾਂ ਦਾ ਰੁਤਬਾ ਵਧੇ, ਉਹਨਾਂ ਦਾ ਸਤਿਕਾਰ ਵਧੇ। ਤੇ ਜੇ ਮੈਂ ਪੋਲਿਟਿਕਸ 'ਚ ਨਹੀਂ ਹੁੰਦੀ, ਮੈਂ ਸਮਾਜ ਸੇਵਾ ਵਿੱਚ ਜ਼ਰੂਰ ਹੁੰਦੀ, ਖਾਸ ਤੌਰ ਤੇ ਬੀਬੀਆਂ ਭੈਣਾਂ ਵਾਸਤੇ। ਮੇਰੇ ਹਰ ਸੋਚ ਦੇ ਮਗਰ ਅੱਜ ਵੀ ਜੇ ਬਾਦਲ ਸਾਹਿਬ ਦੇ ਨਾਲ ਆਟੇ ਦਾਲ ਦੀ ਸਹੂਲਤ ਵੀ ਜੇ ਆਈ ਸੀ, ਤੇ ਇਹ ਵੀ ਮੈਂ ਦੇਖਿਆ ਸੀ ਕਿਸੇ ਹੋਰ ਸੂਬੇ ਵਿੱਚ ਕਿਸੇ ਨੇ ਫ੍ਰੀ ਕਿਚਨ ਦਾ ਕੰਮ ਸ਼ੁਰੂ ਕੀਤਾ ਸੀ, ਜਿਹਦੇ ਕਰਕੇ ਉਹਨਾਂ ਨੂੰ ਆ ਸੁਝਾਅ ਦਿੱਤਾ। ਤੇ ਭਾਵੇਂ ਪੈਨਸ਼ਨ ਹੋਏ, ਸ਼ਗਨ ਹੋਏ, ਜਾਂ ਇਹ ਦੂਜੀ ਸਹੂਲਤਾਂ ਜਿਹੜੀ ਦਿੱਤੀਆਂ ਜਾ ਰਹੀਆਂ ਨੇ, ਅੱਜ ਮੈਨੂੰ ਖੁਸ਼ੀ ਇਸ ਗੱਲ ਦੀ ਕਿ ਮੇਰੇ ਪਾਰਟੀ ਦੇ ਮੁਖੀ ਬਾਦਲ ਸਾਹਿਬ ਦੀ ਇੱਕ ਸੋਚ ਵੀ ਉਹੋ ਜੀ ਹੈ ਕਿ ਜਿੰਨੀ ਦੇਰ ਤੇ ਆਪਣੀ ਔਰਤਾਂ ਤੇ ਬੀਬੀਆਂ ਤੇ ਬੱਚੀਆਂ ਇਹਨਾਂ ਦੇ ਹਾਲਾਤਾਂ ਵਿੱਚ ਸੁਧਾਰ ਨਹੀਂ ਆਂਦਾ, ਇਹਨਾਂ ਦੀ ਵਿਕਾਸ ਤੇ ਤਰੱਕੀ ਬਰਾਬਰੀ ਦੇ ਨਾਲ ਨਹੀਂ ਹੁੰਦੀ, ਉਨੀ ਦੇਰ ਉਸ ਸੂਬੇ ਦੀ ਤਰੱਕੀ ਪੂਰੀ ਨਹੀਂ ਹੋ ਸਕਦੀ। ਜਿਹਦੇ ਕਰਕੇ ਭਾਵੇਂ ਮੈਰਿਟੋਰੀਅਸ ਸਕੂਲ ਹੋਣ ਜਾਂ ਬੱਚੀਆਂ ਦੀ ਪੜ੍ਹਾਈ ਲਿਖਾਈ ਮੁਫਤ ਹੋਣ, ਤਾਂ ਕਾਲਜ ਤਾਈਂ ਮੁਫਤ ਕਰ ਰਹੇ ਨੇ। ਜਿਵੇਂ ਸਾਈਕਲਾਂ ਦਿੱਤੀਆਂ ਸੀ, ਗਾਂ ਸਕੂਟੀਜ਼ ਵੀ ਦੇਣਗੇ, ਵਿਦੇਸ਼ ਤਾਈਂ ਵੀ ਹੁਸ਼ਿਆਰ ਬੱਚੇ ਸਰਕਾਰ ਪੈਸੇ ਭਰੂਗੀ। ਸੋ ਮੈਂ ਇੱਕ ਚੀਜ਼ ਦੀ ਕਦਰ ਕਰਦੀ ਹਾਂ ਕਿ ਜਿੰਨਾ ਔਰਤਾਂ ਬਾਰੇ ਬਾਦਲ ਸਾਹਿਬ ਨੇ ਸੋਚਿਆ ਕਿ ਇਹਨਾਂ ਦੇ ਹਾਲਾਤਾਂ ਵਿੱਚ ਸੁਧਾਰ ਹੋਏ, ਤੇ ਆਹੀ ਮੇਰਾ ਨਿਸ਼ਾਨਾ ਵੀ ਹੈਗਾ ਕਿ ਜਿਵੇਂ ਕਿਵੇਂ ਸਮਾਜ ਨੂੰ ਜਿੰਨਾ ਰੱਬ ਨੇ ਦਿੱਤਾ ਹੈ, ਅੱਜ ਪਹਿਲੀ ਗੱਲ ਤਾਂ ਜਿਹੜੀ ਸੇਵਾ ਮਿਲਦੀ ਹੈ ਉਹ ਰੱਬ ਦੀ ਸੇਵਾ ਸਮਝ ਕੇ ਕਰੀਏ, ਲੋਕਾਂ ਦੀ ਸੇਵਾ ਨਹੀਂ। ਤੇ ਦੂਜੀ ਤਰਫ ਹਾਂ, ਸਾਡੇ ਪਲੰਕ 'ਚ ਪੰਜਾਬ ਦੇ ਉੱਤੇ ਜਿਹੜਾ ਕੁੜੀ ਮਾਰ ਦਾ ਕਲੰਕ ਸੀਗਾ, ਇਹਨੂੰ ਧੋਣ ਵਾਸਤੇ, ਲੋਕਾਂ ਦੀ ਸੋਚ ਬਦਲਣ ਵਾਸਤੇ, ਇਹ ਸਾਡੇ ਜਿਹੜੇ ਦਹੇਜ ਵਰਗੀ ਕੁਰੀਤੀਆਂ ਨੇ ਇਹਨਾਂ ਨੂੰ ਖਤਮ ਕਰਨ ਵਾਸਤੇ, ਭਰੂਣ ਹੱਤਿਆ ਨੂੰ ਖਤਮ ਕਰਨ ਵਾਸਤੇ ਨੰਨੀ ਛਾਂ ਦੀ ਮੁਹਿੰਮ ਦੇ ਨਾਲ ਮੈਂ ਚਲੀ ਸੀ, ਜਿਹਦੇ ਵਾਸਤੇ ਮੈਨੂੰ ਹੁਣ ਸਮਾਂ ਘੱਟ ਮਿਲਦਾ ਹੈ। ਉਹੀ ਮੈਂ ਕਹਿਣ ਜਾ ਰਿਹਾ ਸੀ ਕਿ ਆਪੋਜੀਸ਼ਨ ਨੰਨੀ ਛਾਂ ਤੇ ਬੜਾ ਵੈਂਕ ਕੱਸਦੀ ਹੈ ਕਿ ਨੰਨੀ ਛਾਂ ਸਿਰਫ ਟੀਵੀ ਪ੍ਰਚਾਰ ਤੱਕ ਰਹਿ ਗਈ ਆ, ਔਰ ਕਿਤੇ ਨਾ ਕਿਤੇ ਜਿਹੜੀਆਂ 2-3 ਕਾਂਡ ਹੋਏ, ਕਿਤੇ ਜਿਹੜੇ ਟੀਚਰ ਹੈਗੇ ਸੀ ਲੜਕੀਆਂ, ਉਹਨਾਂ ਦਾ ਪੁਲਿਸ ਵੱਲੋਂ ਕਟਾਪਾ ਹੋਇਆ, ਬੱਸ ਥੱਲੇ ਆ ਕੇ ਕਿਸੇ ਕੁੜੀ ਦੀ ਮੌਤ ਹੋਈ, ਉਹਨੂੰ ਲੈ ਕੇ ਵੈਂਕ ਕੱਸਦੇ ਨੰਨੀ ਛਾਂ ਦੇ ਨਾਲ ਇਹ ਹਾਲ ਹੋ ਰਿਹਾ। ਹਾਂ, ਕਿਉਂਕਿ ਇਹਨਾਂ ਨੂੰ ਚਾਹੀਦਾ ਸੀ ਕਿ ਇਹਨਾਂ ਚੀਜ਼ਾਂ 'ਚ ਵਿੱਚੇ ਆਏ ਤੇ ਇਹਨੂੰ ਸਿਆਸੀ ਬਣਾ ਲਈਏ। ਲੇਕਿਨ ਵੱਡੀ ਗੱਲ 2008 ਤੋਂ ਜਦੋਂ ਵੀ ਮੈਂ ਨੰਨੀ ਛਾਂ ਦੀ ਮੁਹਿੰਮ ਜਦੋਂ ਤੋਂ ਮੈਂ ਚਲਾਈ ਹੈ, ਮੈਂ ਇਹਨੂੰ ਹਮੇਸ਼ਾ ਸਿਆਸਤ ਤੋਂ ਪਰੇ ਰੱਖਿਆ, ਕਿਉਂਕਿ ਇਹ ਸਮਾਜਿਕ ਮੁਹਿੰਮ ਹੈਗੀ ਜਿਹਦੇ ਵਿੱਚ ਹਰ ਧਰਮ ਦਾ ਤੇ ਹਰ ਪਾਰਟੀ ਦੇ ਬੰਦੇ ਨੂੰ ਜੁੜਨ ਦੀ ਲੋੜ ਹੈ। ਜੇ ਮੈਂ ਇਹਦੇ ਵਿੱਚ ਰਾਜਨੀਤੀ ਲੈ ਆਵਾਂਗੀ, ਫਿਰ ਜਿਹੜਾ ਮੇਰਾ ਮਕਸਦ ਹੈ ਉਹ ਮਕਸਦ ਹੀ ਰਹਿ ਜਾਊਗਾ। ਤੇ ਜਿੱਥੇ ਤਾਈਂ ਇਹਨੂੰ ਫੇਲਿਅਰ ਕਹਿੰਦੇ ਨੇ, ਮੈਂ ਸਮਝਦੀ ਹਾਂ ਕਿ 2008 ਤੋਂ ਪਹਿਲੇ ਜਿਹੜੀ ਸਾਡੀ, ਕਿਉਂਕਿ ਭਰੂਣ ਹੱਤਿਆ ਕੀ ਹੁੰਦੀ ਹੈ, 0 to 5 ਇਅਰਸ ਦੀ ਜਿਹੜੀ ਸਾਡੀ ਬੱਚਿਆਂ ਦੀ ਗਿਣਤੀ ਹੁੰਦੀ ਹੈ ਉਹਦੇ ਨਾਲ ਸਿੱਧਾ, ਤੇ 0 ਤੋਂ 5 ਇਅਰਸ ਦੀ ਗਿਣਤੀ ਜਿਹੜੀ 2000 ਤੋਂ 8 ਤੋਂ ਪਹਿਲੇ ਸੀ, ਤੇ ਹੁਣ ਲੇਟੈਸਟ ਸੈਂਸੈਕਸ 'ਚ ਜਿਹੜੀ ਇੰਪਰੂਵਮੈਂਟ ਆਈ ਹੈ, ਮੇਰੇ ਵਾਸਤੇ ਤਾਂ ਇਹ ਬਿਲਕੁਲ ਸਹੀ ਹੈ ਕਿ ਜੇ ਲੋਕਾਂ ਦੀ ਸੋਚ ਬਦਲਣ ਵਾਸਤੇ ਕੁਝ ਉਪਰਾਲੇ ਕੀਤੇ ਤੇ ਲੋਕੀ ਉਹ ਸੋਚ ਦੇ ਨਾਲ ਜੁੜੇ ਨੇ, ਤਾਂ ਹੀ ਇੰਪਰੂਵਮੈਂਟ ਆਈ ਹੈ। ਫਾਈਨਲੀ ਮੁਕਾਬਲਾ ਕਿਸ ਪਾਰਟੀ ਨਾਲ ਮੰਨਦੇ ਹੋ? ਗੇਮ 'ਚ ਕੌਣ ਹੈ? ਦੂਜੇ ਨੰਬਰ ਦੀ ਪਾਰਟੀ ਕਿਹੜੀ ਰਹੇਗੀ? ਦੂਜੇ ਨੰਬਰ 'ਚ ਪਤਾ ਨਹੀਂ ਕਿਹੜੀ ਰਹੂਗੀ, ਕਾਂਗਰਸ ਦੇ ਨਾਲ ਸਾਡੀ ਲੜਾਈ ਹੈਗੀ। ਸੋ ਦੂਜੇ ਨੰਬਰ 'ਚ ਕਾਂਗਰਸ ਰਹੂਗੀ। ਆਮ ਆਦਮੀ ਪਾਰਟੀ ਦੀ ਅਖੀਰ 'ਚ ਤੁਸੀਂ ਦੇਖੋਗੇ, ਇਹ ਨੌਜਵਾਨ ਦੇ ਲੋਕੀ ਜਿਹੜੇ ਤੁਰਦੇ ਨੇ, ਇਹਨਾਂ ਦਾ ਰੌਲਾ ਵੱਧ ਹੁੰਦਾ ਹੈ ਲੇਕਿਨ ਕੰਟੈਂਟ ਘੱਟ ਹੁੰਦਾ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਇਸ ਪਾਰਟੀ ਨੂੰ 5 ਜਾਂ 6 ਸੀਟਾਂ ਤੋਂ ਵੱਧ, ਜੇ ਅਜੇ 5-6 ਵੀ ਆ ਜਾਏ ਮੈਨੂੰ, ਕਿਉਂਕਿ ਜਿਹੜੇ ਹਲਕਿਆਂ 'ਚ ਮੈਂ ਗਈ ਹਾਂ ਉੱਥੇ ਕੱਲੇ ਉਹਨਾਂ ਦਾ ਰੌਲਾ ਹੈ, ਉਹ ਪੀਪੀ ਵਰਗੇ, ਇੱਕ ਜਿਹੜਾ ਨਿਕਾਰਿਆ ਹੋਇਆ ਬੰਦਾ, ਜਿਹੜਾ ਪਿੰਡ ਦਾ ਸਭ ਤੋਂ ਨਿਖੱਧ ਬੰਦਾ ਹੁੰਦਾ ਹੈ, ਉਹਨਾਂ ਨੂੰ ਇਹਨਾਂ ਨੇ ਅਪਣਾਇਆ ਹੋਇਆ ਹੈ। ਸੋ ਉਹ ਬੰਦਾ, ਉਹਨੂੰ ਕੋਈ ਪੁੱਛਦਾ ਨਹੀਂ ਸੀ, ਨਾ ਪਿੰਡ ਦਾ ਬੰਦਾ ਪੁੱਛਦਾ ਸੀ, ਨਾ ਘਰ ਦਾ ਬੰਦਾ ਕੋਈ ਪੁੱਛਦਾ ਸੀ। ਅੱਜ ਇਹਨਾਂ ਨੂੰ ਦਿਹਾੜੀ ਤੇ ਰੱਖਿਆ ਹੋਇਆ ਹੈ, ਆਮ ਆਦਮੀ ਤੇ
ਪੈਸੇ ਦੇ ਕੇ ਭਜਾ ਰਹੇ ਨੇ ਤੇ ਇਹ ਭੱਜਿਆ ਫਿਰਦਾ ਹੈ। ਸੋ ਉਹ ਜਿਹੜਾ ਭੱਜ ਨਰਥ ਵੱਧ ਕਰ ਰਿਹਾ ਹੈ, ਪਰ ਇਹ ਤਾਂ ਜ਼ਰੂਰੀ ਨਹੀਂ ਕਿ ਬੰਦਰ ਦੀ ਜਿਹੜਾ ਟੱਪਦਾ ਵੱਧ ਹੈ। ਹੁਣ ਭਗਵੰਤ ਮਾਨ ਦੇ ਇਕੱਠ 'ਚ ਤੁਸੀਂ ਦੇਖੋ ਤੇ ਵੱਡੇ ਵੱਡੇ ਇਕੱਠ ਹੋ ਰਹੇ, ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਉਹਨਾਂ ਦਾ ਪਾਰਲੀਮੈਂਟਰੀ ਹਲਕਾ ਦੇਖਣਾ, ਜੇ ਉਹਦੇ ਵਿੱਚੋਂ ਇੱਕ ਵੀ ਸੀਟ ਉਹਨਾਂ ਨੂੰ ਆ ਜਾਂਦੀ ਹੈ। ਸਵਾਲ ਸੀ ਕਿ ਭਗਵੰਤ ਦੀਆਂ ਰੈਲੀਆਂ 'ਚ ਇੰਨੇ ਵੱਡੇ ਇਕੱਠ ਹੋ ਰਹੇ ਹਨ, ਤੁਹਾਨੂੰ ਲੱਗਦਾ ਨਹੀਂ ਕਿ ਆਮ ਆਦਮੀ ਪਾਰਟੀ ਤੁਹਾਡੇ ਲਈ ਖਤਰਾ ਸਾਹਮਣੇ? ਨਹੀਂ ਜੇ ਜਦ ਪਿੰਡ 'ਚ ਮਡਾਰੀ ਆਂਦਾ ਹੈ, ਡਮਰੂ ਵਜਾ ਕੇ ਤਮਾਸ਼ੇ ਦਿਖਾਉਂਦਾ, ਸਾਰਾ ਪਿੰਡ ਇਕੱਠਾ ਹੋ ਜਾਂਦਾ, ਪਰ ਚੱਕ ਕੇ ਉਹਨੂੰ ਸਰਪੰਚ ਤਾਂ ਨਹੀਂ ਨਾ ਬਣਾ ਦਿੰਦਾ। ਸੋ ਇਹ ਤਾਂ ਠੀਕ ਹੈ, ਮੁਫਤ ਦਾ ਸ਼ੋਅ ਪਹਿਲੇ ਨੋਟ ਕਮਾਉਂਦੇ ਸੀ, ਹੁਣ ਮੁਫਤ 'ਚ ਲੋਕਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ, ਸੋ ਕਿਉਂ ਨਾ ਜਾ ਕੇ ਦੇਖਣ। ਮੈਂ ਤਾਂ ਆਪ ਕਹਿੰਦੀ ਹਾਂ ਜ਼ਰੂਰ ਜਾ ਕੇ ਤੁਸੀਂ ਤਮਾਸ਼ਾ ਦੇਖੋ, ਤੁਹਾਨੂੰ ਵੀ ਪਤਾ ਲੱਗੇ। ਕੱਲ ਤਾਂ ਸੁਣਿਆ ਕਿ ਸ਼ਰਾਬ 'ਚ ਇੰਨਾ ਡਕਿਆ ਹੋਇਆ ਸੀ ਕਿ ਸਟੇਜ ਤੇ ਅਸ਼ਲੀਲ ਹਰਕਤਾਂ ਕਰਦੇ ਕਰਦੇ 3 ਵਾਰੀ ਲੜਖੜਾ ਕੇ ਗਿਰ ਗਿਆ। ਸੋ ਇਹੋ ਜਿਹੇ ਲੋਕੀ ਜਦ ਹੋਣਗੇ, ਵਧੀਆ ਲੋਕੀ ਦੇਖਣ ਕਿ ਜਿਹੜੇ ਬੰਦੇ ਪਾਰਲੀਮੈਂਟ 'ਚ ਜਿਹੜਾ ਟੈਂਪਲ ਆਫ ਡੈਮੋਕ੍ਰੇਸੀ ਕਿਹਾ ਜਾਂਦਾ ਹੈ, ਅੱਜ ਉਸ ਪਾਰਲੀਮੈਂਟ 'ਚ ਸ਼ਰਾਬ ਪੀ ਕੇ ਨੇ ਦੁੱਥ ਹਲਕ 'ਚ ਸ਼ਰਾਬ 'ਚ ਧੁੱਤ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਵਿੱਚ ਤਾਂ ਗਿਆ ਹੈ, ਇਹਨਾਂ ਤੇ ਉੱਥੇ ਵੀ ਸ਼ਰਮ ਕੋਈ ਨਹੀਂ, ਲੇਕਿਨ ਪਾਰਲੀਮੈਂਟ ਜਿਹੜੇ ਟੈਂਪਲ ਆਫ ਡੈਮੋਕ੍ਰੇਸੀ ਉੱਥੇ ਵੀ ਸ਼ਰਾਬੀ ਇਹੋ ਜਿਹੇ ਹਾਲਾਤ 'ਚ ਜਾਂਦਾ ਹੈ ਕਿ ਸਾਰੀ ਪਾਰਟੀਆਂ ਦੀ ਕਮੇਟੀ ਬੈਠ ਕੇ ਸਪੀਕਰ ਨੂੰ ਲਿਖ ਕੇ ਕਿ ਇਹਨੂੰ ਨਸ਼ਾ ਛਡਾਓ ਕੇਂਦਰ 'ਚ ਭੇਜੋ। ਤੇ ਮੇਰੇ ਹਿਸਾਬ ਨਾਲ ਕੇਜਰੀਵਾਲ ਸਾਹਿਬ ਜਿਹੜੇ ਪੰਜਾਬ ਦਾ ਨਸ਼ਾ ਖਤਮ ਕਰਨ ਦੀ ਗੱਲ ਦੇ, ਭਗਵੰਤ ਮਾਨ ਦਾ ਨਸ਼ਾ ਤਾਂ ਖਤਮ ਕਰ ਨਹੀਂ ਸਕੇ, ਪੰਜਾਬ ਦਾ ਕੀ ਕਰਨਗੇ? ਸੋ ਇਹ ਲੋਕੀ ਉਹ ਨੇ ਜਿਹੜੇ ਭਾਵੇਂ ਸਾਡੇ ਪੰਜਾਬ ਦੇ ਬੱਚਿਆਂ ਨੂੰ ਨਸ਼ੇੜੀ ਕਹਿ ਕੇ, ਰਾਹੁਲ ਗਾਂਧੀ ਜਿਹੜਾ ਖੁਦ ਪਤਾ ਨਹੀਂ ਕਿੰਨੇ ਨਸ਼ੇ ਕਰਦਾ ਕਿ ਇਹਨੂੰ 70% ਪੰਜਾਬ ਦੇ ਬੱਚੇ ਨਸ਼ੇੜੀ ਦੱਸਦੇ ਨੇ, ਅੱਜ ਪੰਜਾਬ ਨੂੰ ਬਦਨਾਮ ਕਰਨ ਵਾਸਤੇ, ਅਮਨ ਸ਼ਾਂਤੀ ਨੂੰ ਭੰਗ ਕਰਨ ਵਾਸਤੇ ਇਹਨਾਂ ਨੇ ਕੀ ਹਰਕਤ ਨਹੀਂ ਕੀਤੀ? ਆ ਨਸ਼ੇੜੀ ਕਹਿ ਕੇ ਜੇ 70% ਬੱਚੇ ਨੂੰ ਇਹਨੂੰ ਨਸ਼ੇੜੀ ਕਹਿਤਾ, ਹਕੀਕਤ ਕੀ ਨਿਕਲੀ? ਜਦ 4 ਲੱਖ ਬੱਚਿਆਂ ਦੇ ਟੈਸਟ ਹੋਏ, 1.25% ਬੱਚਿਆਂ ਦੀ ਨਿਕਲੀ, ਜਿਹੜੀ ਦੇਸ਼ ਦੀ ਐਵਰੇਜ ਤੋਂ ਵੀ ਘੱਟ ਹੈਗੀ। ਪੁਲਿਸ ਦੀ ਭਰਤੀ ਵਿੱਚ 10,000 ਬੱਚੇ ਹੋਏ, ਜਿਹਦੇ ਵਿੱਚੋਂ ਕੱਲੇ 26 ਬੱਚੇ ਨਸ਼ੇੜੀ ਨਿਕਲੇ। ਤੇ ਇਹਨਾਂ ਬੱਚਿਆਂ ਨੂੰ ਅੱਜ ਤੁਸੀਂ ਸਾਰੇ ਸੂਬਿਆਂ ਦੇ ਬੱਚਿਆਂ ਨੂੰ ਤੁਸੀਂ ਨਸ਼ੇੜੀ ਕਹਿ ਦਿਓ ਆਪਣਾ ਸਿਆਸੀ ਲਾਭ ਲੈਣ ਵਾਸਤੇ, ਤਾਂ ਇਸ ਤੋਂ ਹੋਰ ਸ਼ਰਮਨਾਕ ਗੱਲ ਕੀ ਹੋ ਸਕਦੀ? ਜਿਹੜੇ ਆਪਣੇ ਬੱਚਿਆਂ ਨੂੰ ਹੀ ਨਹੀਂ ਬਖਸ਼ਦੇ, ਜਿਹੜੇ ਗੁਰੂ ਸਾਹਿਬ ਨੂੰ ਨਹੀਂ ਬਖਸ਼ਦੇ, ਤਾਂ ਮੈਨੂੰ ਤਾਂ ਨਹੀਂ ਲੱਗਦਾ ਗੁਰੂ ਸਾਹਿਬ ਇਹਨਾਂ ਨੂੰ ਬਖਸ਼ਣਗੇ। ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ ਤੁਹਾਡਾ। ਜੁੜੇ ਸਨ ਮੈਡਮ ਹਰਸਿਮਰਤ ਕੌਰ ਬਾਦਲ, ਜਿਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਬੀਜੇਪੀ ਦੀ ਸਰਕਾਰ ਇਸ ਵਾਰ ਹੈਟ੍ਰਿਕ ਲਗਾਉਣ ਜਾ ਰਹੀ ਹੈ। ਆਮ ਆਦਮੀ ਪਾਰਟੀ ਨੂੰ ਇਹਨਾਂ ਗੇਮ 'ਚੋਂ ਬਾਹਰ ਦੱਸਿਆ ਦੀ ਪਾਰਟੀ ਕਾਂਗਰਸ ਪਾਰਟੀ ਰਹੇਗੀ। ਕੈਮਰਾਮੈਨ ਸਤਨਾਮ ਦੇ ਨਾਲ ਰਮਨਦੀਪ ਸਿੰਘ ਸੋਢੀ, ਜਗਬਾਣੀ ਟੀਵੀ, ਮਾਨਸਾ।